ਗੁਰੂ ਨਾਨਕ ਪਾਦ ਪੰਕਜ ਆਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਕੰਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬੇਗਨ ਬਿਨਾਸਨ ਸੋਏ। ਜਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਦੋਹਰਾ ਕਾਨ ਸਿੰਘ ਸਮਝਾਈ ਕੈ ਪਿਤਾ ਸਨ ਕਿਉ ਬਨਾਈ। ਤੁਮ ਨਿਕਸੋ ਤਜ ਸੰਗ ਕੋ ਜੰਗ ਨਾ ਵਿੱਚ ਹੋਏ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ ਗੁਰ ਕਿਰਪਾਲ ਜਪੈ ਤਾਪ ਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਚਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੇ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਨੇਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਾਹਿਬੇ ਕਮਾਲ ਗੁਰੂ ਕਲਗੀਧਰ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣ ਕੇ ਬਾਲਾ ਰਾਓ ਤੇ ਰੁਸਤਮ ਰਾਓ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਹਾਰਾਜ ਜੀ ਦੇ ਪਵਿੱਤਰ ਸਥਾਨ ਤੇ ਸ਼ੁਕਰਾਨਾ ਕਰਨ ਲਈ ਪਹੁੰਚੇ ਹਨ। ਇੱਥੇ ਆ ਕੇ ਪਤਾ ਲੱਗਾ ਕਿ ਸਤਿਗੁਰੂ ਜੀ ਤਾਂ ਸੱਚਖੰਡ ਚਲੇ ਗਏ ਨੇ, ਪਰ ਗੁਰਦੇਵ ਨੇ ਤਾਂ ਕਿਰਪਾ ਕੀਤੀ ਹੈ, ਸਾਡੀ ਰਿਹਾਈ ਕਰਵਾਈ ਹੈ, ਆਪ ਪ੍ਰਤੱਖ ਦਰਸ਼ਨ ਦਿੱਤੇ ਨੇ।
ਇਹ ਪ੍ਰਸੰਗ ਇਲਾਕੇ ਵਿੱਚ ਪ੍ਰਗਟ ਹੋਇਆ। ਸਤਿਗੁਰਾਂ ਦੇ ਪਾਵਨ ਸਥਾਨ ਤੇ ਅਨੇਕਾਂ ਮਾਈ ਭਾਈ ਆ ਕੇ ਹਾਜ਼ਰੀਆਂ ਭਰਦੇ ਨੇ, ਭੇਟਾਵਾਂ ਅਰਪਣ ਕਰਦੇ ਨੇ। ਜੋ ਕਾਮਨਾ ਕਰਦੇ ਨੇ ਉਹ ਕਾਮਨਾ ਦੀ ਪੂਰਤੀ ਹੁੰਦੀ ਹੈ। ਜਿਹੜੇ ਸਿੰਘ ਸਤਿਗੁਰਾਂ ਦੇ ਜੋਤੀ ਜੋਤ ਸਮਾਵਣ ਤੋਂ ਬਾਅਦ ਪੰਜਾਬ ਨੂੰ ਆ ਰਹੇ ਸਨ, ਦਿੱਲੀ ਪਹੁੰਚੇ, ਮਾਤਾ ਜੀ ਹੋਣਾ ਨੂੰ ਖਬਰ ਦਿੱਤੀ। ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬਦੇਵਾਂ ਜੀ ਦੇ ਹਿਰਦੇ ਵਿੱਚ ਪਰਮ ਵੈਰਾਗ ਉਪਜਿਆ ਹੈ। ਮਾਤਾ ਸਾਹਿਬਦੇਵਾਂ ਜੀ ਨੇ ਤਪ ਸਾਧਨਾ ਸ਼ੁਰੂ ਕੀਤਾ ਹੈ। ਥੋੜਾ ਖਾਣਾ, ਥੋੜਾ ਸਵਣਾ, ਸਰੀਰ ਜਿਹੜਾ ਹੈ ਉਹ ਦਿਨ ਪ੍ਰਤੀ ਦਿਨ ਕਮਜ਼ੋਰ ਹੁੰਦਿਆਂ ਭੋਜਨ ਛਕਣ ਨੂੰ ਇੱਛਾ ਨਹੀਂ, ਪਰ ਮਾਤਾ ਸੁੰਦਰੀ ਜੀ ਦੇ ਕਹਿਣ ਤੇ ਕਦੇ ਕਦਾ ਪ੍ਰਸ਼ਾਦਾ ਛਕਦੇ ਹਨ। ਅਖੀਰ ਮਾਤਾ ਸਾਹਿਬਦੇਵਾਂ ਜੀ ਵੀ ਸੱਚਖੰਡ ਜਾ ਵਿਰਾਜੇ। ਸਤਿਕਾਰਯੋਗ ਮਾਤਾ ਸੁੰਦਰੀ ਜੀ ਗੁਰੂ ਖਾਲਸੇ ਪੰਥ ਦੀ ਅਗਵਾਈ ਕਰ ਰਹੇ ਹਨ। ਇਧਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇੱਕ ਪ੍ਰਸੰਗ ਸ਼ਹੀਦੀ ਦਾ ਭਾਈ ਸਾਹਿਬ ਨੇ ਪ੍ਰਰੰਭਿਆ ਹੈ ਕਿ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਘੇਰੇ ਵਿੱਚ ਘਿਰ ਗਏ। ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਫੌਜਾਂ ਨੇ ਚੌ ਪਾਸਿਆਂ ਤੋਂ ਘੇਰਾਬੰਦੀ ਕੀਤੀ ਹੈ। ਬੜਾ ਡਾਢਾ ਦੁੱਖ ਭੁੱਖ ਦਾ ਉਹ ਸਿੰਘਾਂ ਨੂੰ ਵਿਆਕੁਲ ਕਰ ਰਿਹਾ ਹੈ। ਕੁਝ ਵਿਸ਼ਿਆਂ ਤੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਔਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਆਪਸੀ ਵਿਤਕਰਾ ਹੋਇਆ। ਬਹਿਸਬਾਜ਼ੀ ਕਾਫੀ ਵਧੀ, ਪਰ ਭਾਈ ਕਾਨ ਸਿੰਘ ਜੀ ਜੋ ਬੜੇ ਸਿਆਣੇ ਤੇ ਦੂਰਅੰਦੇਸ਼ੀ ਬਿਰਤੀ ਦੇ ਮਾਲਕ ਸਨ, ਉਹਨਾਂ ਨੇ ਵਿੱਚ ਪੈ ਕੇ ਇਸ ਲੜਾਈ ਨੂੰ ਸ਼ਾਂਤ ਕੀਤਾ ਹੈ। ਉਹ ਪ੍ਰਸੰਗ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਇੱਥੇ ਅੰਕਿਤ ਕਰ ਰਹੇ ਨੇ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਈਏ। ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਨ ਸਿੰਘ ਸਮਝਾਇ ਕੇ ਪਿਤਾ ਸਨ ਕਿਉ ਬਨਾਈ। ਭਾਈ ਕਾਨ ਸਿੰਘ ਜੀ ਨੇ ਆਪਣੇ ਪਿਤਾ ਬਾਬਾ ਵਿਨੋਦ ਸਿੰਘ ਜੀ ਨੂੰ ਉਸ ਵੇਲੇ ਬੇਨਤੀ ਕੀਤੀ, ਸਮਝਾਇਆ। ਤੁਮ ਨਿਕਸੋ ਤਜ ਸੰਗ ਕੋ ਜੰਗ ਨਾ ਵਿਚੋਏ ਜਾਏ। ਆਖਿਆ ਪਿਤਾ ਜੀ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਇਸ ਤਰ੍ਹਾਂ ਇੱਥੇ ਨਾ ਲੜੋ, ਕਿਉਂਕਿ ਬਾਹਰ ਦੁਸ਼ਮਣਾਂ ਦੀਆਂ ਫੌਜਾਂ ਨੇ। ਕਿਉਂਕਿ ਬਾਬਾ ਵਿਨੋਦ ਸਿੰਘ ਜੀ ਕਹਿੰਦੇ ਸੀ ਅਸੀਂ ਇਹ ਕਿਲਾ ਛੱਡ ਕੇ ਜਾਣਾ, ਸਾਰੀ ਫੌਜ ਚੱਲੇ। ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅੜੀ ਸੀ ਕਿ ਅਸੀਂ ਇਹ ਕਿਲਾ ਛੱਡ ਕੇ ਨਹੀਂ ਜਾਣਾ। ਪਰ ਅੰਦਰ ਰਹਿਣ ਦੀ ਵੀ ਵਿਵਸਥਾ ਨਹੀਂ ਸੀ, ਭੋਜਨ ਦੇ ਲਾਲੇ ਸਨ, ਭੁੱਖ ਦੇ ਨਾਲ ਅੰਦਰ ਸਿੰਘ ਸ਼ਹੀਦੀਆਂ ਪਾ ਰਹੇ ਸੀ। ਤੋ ਉੱਥੋਂ ਕਾਫੀ ਜਦੋਂ ਤੂੰ ਮੈਂ ਹੋਈ ਤਾਂ ਭਾਈ ਕਾਨ ਸਿੰਘ ਜੀ ਹੋਣਾ ਨੇ ਬਾਬਾ ਵਿਨੋਦ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਇਸ ਕਿਲੇ ਨੂੰ, ਗੜੀ ਨੂੰ ਛੱਡ ਕੇ ਚਲੇ ਜਾਓ, ਕਿਤੇ ਇੱਥੇ ਸਿੰਘਾਂ ਵਿੱਚ ਆਪਸੀ ਭਰਾ ਮਾਰੂ ਜੰਗ ਨਾ ਹੋ ਜਾਵੇ। ਚੋਪਈ ਗੋਇੰਦਵਾਲ ਸਦਨ ਪਹੁੰਚੀ ਜੈ। ਤੁਸੀਂ ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਆਪਣੇ ਨਗਰ 'ਚ ਵਾਪਸ ਚਲੇ ਜਾਓ। ਇਸ ਮੂਰਖ ਸਿਉ ਰਿਸਨੇ ਕੀਜੈ। ਤੁਸੀਂ ਬੰਦਾ ਸਿੰਘ ਬਹਾਦਰ ਦੇ ਨਾਲ ਇਸ ਤਰ੍ਹਾਂ ਗੁੱਸੇ ਨਾ ਹੋਵੋ, ਇਹਦੇ ਨਾਲ ਇਸ ਤਰ੍ਹਾਂ ਲੜਾਈ ਨਾ ਕਰੋ, ਯੋਗ ਨਹੀਂ ਹੈ ਝਗੜਾ ਕਰਨਾ। ਸਤਿਗੁਰ ਕਹਿਓ ਭੇਜਨੋ ਹਮੈ। ਸਤਿਗੁਰੂ ਜੀ ਨੇ ਸਾਨੂੰ ਇਹਨਾਂ ਦੇ ਨਾਲ ਭੇਜਿਆ। ਕਲਗੀਧਰ ਜੀ ਨੇ ਸਾਡੀ ਡਿਊਟੀ ਲਾਈ ਸੀ ਕਿ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਾ ਕੇ ਹਰ ਜੰਗ ਵਿੱਚ ਇਹਦੀ ਸਹਾਇਤਾ ਕਰਨੀ ਹੈ। ਹਿਤ ਸਹਾਇਤਾ ਕੀ ਸਭ ਸਮੇਂ। ਅਸੀਂ ਹਰ ਵੇਲੇ ਹਰ ਸਮੇਂ ਦੀ ਸਹਾਇਤਾ ਵਾਸਤੇ ਜੰਗ ਦੇ ਮੈਦਾਨ ਵਿੱਚ ਕਲਗੀਧਰ ਜੀ ਦੇ ਹੁਕਮ ਦੀ ਪਾਲਣਾ ਕਰਕੇ ਰਹਿ ਰਹੇ ਹਾਂ। ਗੁਰ ਕੀ ਆਗਿਆ ਭੰਗ ਨਾ ਕਰੋ। ਇਸ ਕਰਕੇ ਗੁਰੂ ਸਾਹਿਬ ਜੀ ਦੀ ਆਗਿਆ ਭੰਗ ਨਾ ਕਰੋ। ਸਤਿਗੁਰਾਂ ਨੂੰ ਸਾਨੂੰ ਮਹਾਰਾਜ ਜੀ ਨੇ ਹੁਕਮ ਕਰਕੇ ਭੇਜਿਆ ਹਜ਼ੂਰ ਸਾਹਿਬ ਤੋਂ
ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਹਿ ਕੇ ਤੁਸੀਂ ਜੰਗਾਂ ਦੀਆਂ ਮੁਹਿੰਮਾਂ 'ਚ ਇਹਦੀ ਸਹਾਇਤਾ ਕਰਨੀ ਹੈ। ਤੋ ਬਾਬਾ ਜੀ ਕਲਗੀਧਰ ਜੀ ਦਾ ਜਿਹੜਾ ਹੁਕਮ ਹੈ ਉਸ ਹੁਕਮ ਦਾ ਹੁਣ ਆਪ ਜੀ ਪਾਲਣਾ ਕਰੋ, ਭੰਗ ਨਾ ਕਰੋ। ਰਹੋ ਸੰਗ ਮੈਂ ਤੁਮ ਚੜ ਪਰ। ਮੈਂ ਇੱਥੇ ਰਹਾਂਗਾ, ਮੈਂ ਨਹੀਂ ਜਾਵਾਂਗਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਕੇ। ਤੁਸੀਂ ਕੁਝ ਫੌਜਾਂ ਜਿਹੜੀਆਂ ਜਾਣਾ ਚਾਹੁੰਦੀਆਂ ਨੇ, ਕਿਉਂਕਿ ਦੋ ਵਿਚਾਰਾਂ ਸਨ, ਇੱਕ ਕਹਿੰਦੇ ਸੀ ਚਲੇ ਜਾਈਏ, ਇੱਕ ਕਹਿੰਦੇ ਇੱਥੇ ਰਹਿਣਾ। ਜਿਹੜੇ ਸਿੰਘ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਤੁਸੀਂ ਆਪਣੇ ਨਾਲ ਲੈ ਕੇ ਗੜੀ ਵਿੱਚੋਂ ਨਿਕਲ ਜਾਓ। ਮੈਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਰਹਾਂਗਾ। ਪੁੱਜਿਓ ਅੰਤ ਇਸ ਕੋਇਆ ਬਿਆਈ। ਹੁਣ ਜਿਹੜਾ ਸਮਾਂ ਨਜ਼ਰ ਆ ਰਿਹਾ ਹੈ ਉੱਥੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਹੁਣ ਅੰਤਮ ਸਮਾਂ ਜਿਹੜਾ ਸ਼ਹੀਦੀਆਂ ਦਾ ਸਮਾਂ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਸਿੰਘਾਂ ਦਾ ਸਾਡਾ ਨੇੜੇ ਆ ਰਿਹਾ ਹੈ। ਤੁਮ ਹੱਥ ਕਰ ਕਿਉਂ ਲੀਤ ਬੁਰਾਈ। ਤੁਸੀਂ ਹੁਣ ਐਸਾ ਹੀ ਬੁਰਾਈ ਕਿਉਂ ਖੱਟਦੇ ਹੋ ਬਾਬਾ ਵਿਨੋਦ ਸਿੰਘ ਜੀ? ਤੁਸੀਂ ਇੱਥੋਂ ਹੁਣ ਚਲੇ ਜਾਓ। ਸੁਨ ਵਿਨੋਦ ਸਿੰਘ ਭਲੇ ਵਿਚਾਰਾ। ਬਾਬਾ ਵਿਨੋਦ ਸਿੰਘ ਜੀ ਨੇ ਭਾਈ ਕਾਨ ਸਿੰਘ ਜੀ ਦੇ ਬਚਨ ਸੁਣੇ, ਸੁਣ ਕੇ ਵਿਚਾਰ ਕੀਤੀ ਕਿ ਸ੍ਰੇਸ਼ਟ ਵਿਚਾਰ ਹੈ। ਪਾਏ ਜੀਨੋ ਅਸਵਾਰਾ। ਬਾਬਾ ਵਿਨੋਦ ਸਿੰਘ ਹੋਣਾ ਨੇ ਘੋੜੇ ਤੇ ਕਾਠੀ ਪਾਈ, ਤਿਆਰੀ ਕੀਤੀ, ਅਰਦਾਸਾ ਸੋਧਿਆ ਗੁਰੂ ਸਾਹਿਬ ਜੀ ਦੇ ਅੰਗ ਸੰਗ ਸਹਾਈ ਹੋਣ ਦਾ, ਔਰ ਘੋੜੇ ਤੇ ਅਸਵਾਰ ਹੋਏ। ਦੁਰਗਪੁਰ ਤੇ ਨਿਕਸੇ ਬਾਹਿਰ। ਗੜੀ ਦੇ ਦਰਵਾਜ਼ੇ ਚੋਂ ਬਾਹਰ ਆਪਣੇ ਕੁਝ ਸਾਥੀਆਂ ਸਮੇਤ ਨਿਕਲੇ। ਸੰਧਿਆ ਸਮੇਂ ਜਾਨ ਤਿਸ ਠਾਇਰ। ਸੰਧਿਆ ਦਾ ਸਮਾਂ ਸੀ, ਸ਼ਾਮ ਦਾ, ਜਿਵੇਂ ਰਹਿਰਾਸ ਸਾਹਿਬ ਦਾ ਟਾਈਮ ਹੁੰਦਾ ਹੈ। ਉਸ ਸਮੇਂ ਬਾਬਾ ਜੀ ਗੜੀ ਦੇ ਵਿੱਚੋਂ ਬਾਹਰ ਨਿਕਲੇ, ਘੇਰੇ ਦੇ ਵਿੱਚ ਆਏ। ਤੇਜ ਤੁਰੰਗਮ ਕਰਤ ਪਲਾਇਓ। ਉਹ ਸਾਰੇ ਬੇਧਿਆਨੇ ਹੋ ਕੇ ਫਿਰਦੇ ਸਨ। ਬਾਬਾ ਜੀ ਨੇ ਆਪਣਾ ਘੋੜਾ ਤੇਜ਼ ਕੀਤਾ। ਅਗਰ ਰਾਹ ਵਿੱਚ ਕਿਸੇ ਨੇ ਕੋਈ ਮਾੜੀ ਮੋਟੀ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਚੀਰਦੇ ਹੋਏ ਬਾਬਾ ਬੰਦਾ ਸਿੰਘ ਬਾਬਾ ਬਲੌਦ ਸਿੰਘ ਜੀ ਵਿੱਚੋਂ ਜੰਗ ਦੇ ਮੈਦਾਨ ਚੋਂ ਨਿਕਲ ਗਏ। ਲਸ਼ਕਰ ਵਿੱਚ ਬਾਏ ਸਮਤਾਇਓ। ਕਿਉਂਕਿ ਇਹ ਜੁਗਤ ਵੀ ਕਲਗੀਧਰ ਜੀ ਨੇ ਸਿਖਾਈ ਸੀ ਕਿ ਜੇ ਲੋੜ ਪੈਣ ਤੇ ਕਿਲਾ ਛੱਡ ਕੇ ਜਾਣਾ ਤੇ ਕਿਵੇਂ ਜਾਣਾ, ਕਿਉਂਕਿ ਚਮਕੌਰ ਦੀ ਗੜੀ ਵਿੱਚੋਂ ਮਹਾਰਾਜ ਕਲਗੀਧਰ ਜੀ ਨੇ ਨਿਕਲ ਕੇ ਪੂਰਨੇ ਪਾਏ ਸਨ। ਉਹਨਾਂ ਪੂਰਨਿਆਂ ਤੇ ਬਾਬਾ ਵਿਨੋਦ ਸਿੰਘ ਜੀ ਚੱਲੇ ਨੇ, ਔਰ ਗੜੀ ਦੇ ਵਿੱਚੋਂ ਬਾਹਰ ਨਿਕਲ ਕੇ ਵੈਰੀਆਂ ਦੇ ਨਾਲ ਲੜਦਿਆਂ ਕਿਸੇ ਨੇ ਰੋਕਣ ਦਾ ਯਤਨ ਹੀ ਨਹੀਂ ਕੀਤਾ। ਜੇ ਕੋਈ ਰੋਕਣ ਆਇਆ ਤਾਂ ਉਹ ਮਾਰ ਦਿੱਤਾ ਗਿਆ। ਰਹੀ ਰੋਕ ਸਭ ਰੁਕਿਓ ਨ ਕੈਸੇ। ਤੁਰਕਾਂ ਨੇ ਰੋਕਣ ਦਾ ਯਤਨ ਕੀਤਾ ਵੀ ਇਹਨਾਂ ਨੂੰ ਰੋਕਾਂਗੇ, ਘੇਰੇ ਵਿੱਚ ਇਹਨਾਂ ਨੂੰ ਲੈ ਕੇ ਮਾਰਾਂਗੇ, ਪਰ ਇੰਨੀ ਤੇਜ਼ੀ ਨਾਲ ਬਾਬਾ ਵਿਨੋਦ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਘੋੜੇ ਉੱਥੋਂ ਲੈ ਕੇ ਜਾਣਾ ਕੀਤੇ, ਸ਼ਸਤਰ ਚਲਾਉਂਦੇ, ਬੰਦੂਕਾਂ ਦੀਆਂ ਗੋਲੀਆਂ ਦਾਗਦਿਆਂ ਕਿ ਰਸਤੇ ਵਿੱਚ ਇਹਨਾਂ ਦਾ ਕੋਈ ਅੱਗਾ ਨਹੀਂ ਰੋਕ ਸਕਿਆ। ਮ੍ਰਿਗਨ ਬ੍ਰਿੰਦ ਤੇ ਕੇ ਹਰ ਜੈਸੇ। ਜਿਵੇਂ ਹਜ਼ਾਰਾਂ ਹਿਰਨ ਇਕੱਠੇ ਹੋ ਕੇ ਸ਼ੇਰ ਨੂੰ ਨਹੀਂ ਨਾ ਰੋਕ ਸਕਦੇ, ਏਦਾਂ ਬਾਬਾ ਵਿਨੋਦ ਸਿੰਘ ਜੀ ਨੂੰ ਇਹ ਤੁਰਕ ਰੋਕ ਨਹੀਂ ਸਕੇ, ਭਾਵੇਂ ਆਲੇ ਦੁਆਲੇ ਘੇਰੇ ਬੰਦੀ ਵਿੱਚ ਬੈਠੇ ਹਨ। ਗੋਇੰਦਵਾਲ ਪਹੁੰਚੇ ਜਾਏ। ਬਾਬਾ ਵਿਨੋਦ ਸਿੰਘ ਜੀ ਚਲਦਿਆਂ ਚਲਦਿਆਂ ਸ੍ਰੀ ਗੋਇੰਦਵਾਲ ਸਾਹਿਬ ਵੱਲ ਚਲੇ ਗਏ, ਪਹੁੰਚ ਗਏ। ਬਸੀ ਸਦਨ ਮੈਂ ਸਹਿਜ ਸੁਭਾਈ। ਜਾ ਕੇ ਉਹ ਆਪਣੇ ਨਗਰ ਵਿੱਚ ਸ੍ਰੀ ਖਡੂਰ ਸਾਹਿਬ, ਕਿਉਂਕਿ ਗੁਰੂ ਅੰਗਦ ਸਾਹਿਬ ਦੀ ਅੰਸ਼ ਵੰਸ਼ ਵਿੱਚੋਂ ਸਾਹਿਬਜ਼ਾਦੇ ਸਨ ਬਾਬਾ ਵਿਨੋਦ ਸਿੰਘ ਜੀ, ਇਸੇ ਕਰਕੇ ਪੰਥ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਮਾਣ ਸਤਿਕਾਰ ਸੀ। ਇਹ ਚਲੇ ਗਏ ਔਰ ਜਾ ਕੇ ਆਪਣੇ ਘਰ 'ਚ ਨਿਵਾਸ ਕੀਤਾ। ਦੁਰਗ ਵਿਖੇ ਘੇਰੇ ਮੈਂ ਪਰੇ। ਇਧਰ ਘੇਰੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ, ਭਾਈ ਕਾਨ ਸਿੰਘ ਤੇ ਉਹਨਾਂ ਦੇ ਨਾਲ ਹੋਰ ਸਿੰਘ ਉਹ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਘੇਰੇ ਵਿੱਚ ਘੇਰਾਬੰਦੀ ਵਿੱਚ ਹਨ। ਸ਼ੁੱਧਤ ਹਲਾਕ ਹੋਏ ਨਰ ਮਰੇ। ਕਈ ਸਿੰਘ ਭੁੱਖ ਦੇ ਨਾਲ ਆਪਣੇ ਪ੍ਰਾਣ ਤਿਆਗ ਗਏ। ਜਿਵੇਂ ਕਿ ਕੱਲ ਵੀ ਬੇਨਤੀ ਕੀਤੀ ਸੀ, ਬੜਾ ਔਖਾ ਸਮਾਂ ਸੀ ਗੁਰਦਾਸ ਨੰਗਲ ਦੀ ਗੜੀ ਵਿੱਚ। ਸਿੰਘਾਂ ਨੇ ਬਹੁਤ ਜ਼ਿਆਦਾ ਵੱਡਾ ਭਾਰੀ ਭੁੱਖ ਦੇ ਦੁੱਖ ਦਾ ਸਾਹਮਣਾ ਕੀਤਾ। ਆਕਾਸ਼ ਵਿੱਚ ਚਮਕਦਾ ਚੰਨ ਵੀ ਸਿੰਘਾਂ ਨੂੰ ਰੋਟੀ ਨਜ਼ਰ ਆਉਂਦਾ ਸੀ। ਇਹੋ ਜੀ ਡਾਢੀ ਭੁੱਖ ਕਰਕੇ ਵਿਆਕੁਲ ਕਈ ਸਿੰਘ ਆਪਣੇ ਪ੍ਰਾਣ ਤਿਆਗ ਗਏ। ਕੀਤਕ ਲਰ ਕਰ ਮਰੇ ਜੁਝਾਰੇ। ਕਿ ਅੰਦਰ ਜਦੋਂ ਦਰਖਤਾਂ ਦੀਆਂ ਛਿੱਲਾਂ ਵਗੈਰਾ ਖਾਧੀਆਂ, ਇੱਥੋਂ ਤੱਕ ਕਿ ਆਪਣੇ ਪੱਟਾਂ ਦਾ ਮਾਸ ਤੱਕ ਵੀ ਖਾਣਾ ਪਿਆ। ਕਈ ਸਿੰਘ ਜਿਹੜੇ ਸਨ ਉਹ ਬਿਮਾਰ ਹੋ ਗਏ, ਅੰਦਰ ਅਤੀਸਾਰ ਦੇ ਰੋਗ ਲੱਗ ਗਏ, ਹੈਜੇ ਹੋ ਗਏ, ਉਹਦੇ ਨਾਲ ਆਪਣੇ ਪ੍ਰਾਣ ਤਿਆਗ ਗਏ। ਬੜਾ ਔਖਾ ਸਮਾਂ ਖਾਲਸੇ ਦੇ ਉੱਤੇ ਆਇਆ।
ਕਈ ਸਿੰਘ ਜੰਗ ਦੇ ਮੈਦਾਨ 'ਚੋਂ ਨਾ ਆਖਿਆ ਵੀ ਇੱਥੇ ਅੰਦਰ ਭੁੱਖ ਨਾਲ ਮਰਨ ਦੀ ਬਜਾਏ ਲੜ ਕੇ ਮਰੀਏ। ਕੱਲੇ ਕਾਹਨੂੰ ਮਰਨੇ ਆ, ਦੁਸ਼ਮਣਾਂ ਨੂੰ ਮਾਰ ਕੇ ਮਰੀਏ, 5-7 ਤਾਂ ਮਾਰਾਂਗੇ ਨਾ ਵੈਰੀਆਂ ਨੂੰ। ਏਦਾਂ ਕਈਆਂ ਨੇ ਮਾਰ ਕੇ ਸ਼ਹੀਦੀਆਂ ਪਾਈਆਂ। ਜੀਤਤ ਮਾਰੇ ਗਏ ਸੋ ਮਾਰੇ। ਇੰਨੇ ਕੁ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਮਾਰੇ ਗਏ, ਉਹਨੇ ਕੁ ਖਾਲਸੇ ਨੇ ਸਿੰਘਾਂ ਨੇ ਮਾਰੇ। ਪੁਨ ਔਰੜ ਲਸ਼ਕਰ ਕੀਏ ਹੀਲਾ। ਅਖੀਰ ਦੁਸ਼ਮਣ ਦੀ ਗਿਣਤੀ ਬਹੁਤ ਜ਼ਿਆਦਾ ਸੀ। ਉਹਨਾਂ ਵੇਖਿਆ ਕਿ ਅੰਦਰ ਹੁਣ ਇਹਨਾਂ ਦੇ ਕੋਲ ਸਾਹ ਸੱਤ ਨਹੀਂ ਰਹੇ, ਕਸਮਾਂ ਵਗੈਰਾ ਖਾਧੀਆਂ ਇਹਨਾਂ ਨੇ ਕਿ ਤੁਸੀਂ ਕਿਲਾ ਛੱਡ ਦਿਓ। ਤੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹਨਾਂ ਦੀਆਂ ਕਸਮਾਂ ਤੇ ਯਕੀਨ ਕੀਤਾ ਤੇ ਛੱਡਣ ਲੱਗੇ। ਇਹਨਾਂ ਨੇ ਹੱਲਾ ਬੋਲਿਆ ਔਰ ਹੱਲਾ ਬੋਲ ਕੇ ਕਿਲੇ ਦੇ ਉੱਤੇ ਕਬਜ਼ਾ ਕੀਤਾ। ਦੁਰਗਪੁਰ ਕੋ ਤੋੜ ਤਕੀਲਾ। ਇਹਨਾਂ ਨੇ ਕਿਲੇ ਦਾ ਗੜੀ ਦਾ ਦਰਵਾਜ਼ਾ ਤੋੜ ਦਿੱਤਾ ਤੁਰਕਾਂ ਨੇ। ਸਨਮੁਖ ਪਏ ਸੋ ਤਤ ਛਿਨ ਮਾਰੇ। ਜਿਹੜੇ ਕੋਈ ਸਨਮੁਖ ਆਏ, ਕਈ ਸਿੰਘ ਇਹਨਾਂ ਨੂੰ ਰੋਕਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ। ਅਪਰ ਚੁਦਤ ਪਕਰੇ ਪਟ ਸਾਰੇ। ਬਾਕੀ ਭੁੱਖ ਦੇ ਨਾਲ ਵਿਆਕੁਲ ਸਿੰਘ ਸਨ, ਸਰੀਰਾਂ 'ਚ ਸਾਹ ਸਾਥੀ ਨਹੀਂ ਸੀ ਭੁੱਖ ਦੇ ਨਾਲ। ਕਹਿੰਦੇ ਕਈ ਸਿੰਘ ਜਿਹੜੇ ਇਸ ਤਰ੍ਹਾਂ ਉਹਨਾਂ ਨੂੰ ਪਕੜ ਕੇ ਇਹਨਾਂ ਨੇ ਗ੍ਰਿਫਤਾਰ ਕਰ ਲਿਆ। ਗਹਿਓ ਬੀਚ ਤੇ ਬੰਦਾ ਜਾਏ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਵੀ ਉੱਥੋਂ ਇਹਨਾਂ ਨੇ ਗ੍ਰਿਫਤਾਰ ਕਰ ਲਿਆ। ਉਹਨਾਂ ਦੇ ਤਨ ਤੇ ਬੇੜੀਆਂ ਪਾ ਲਈਆਂ। ਲੋ ਪਿੰਜਰਾ ਦ੍ਰਿੜ ਕਰਵਾਏ। ਬਾਬਾ ਜੀ ਨੂੰ ਲੋਹੇ ਦੇ ਇੱਕ ਪਿੰਜਰੇ ਦੇ ਵਿੱਚ ਬੰਦ ਕੀਤਾ ਇਹਨਾਂ ਨੇ, ਕਿਉਂਕਿ ਲਾਹੌਰ ਤੱਕ ਜਦੋਂ ਇਹ ਲੈ ਕੇ ਗਏ ਉੱਥੋਂ ਇਹਨਾਂ ਨੇ ਪਿੰਜਰਾ ਤਿਆਰ ਕਰਾਇਆ। ਉਹਦਾ ਕਾਰਨ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਬਤ ਇਸ ਤਰ੍ਹਾਂ ਤੁਰਕਾਂ ਵਿੱਚ ਇਹ ਗੱਲ ਫੈਲੀ ਹੋਈ ਸੀ ਕਿ ਉਹ ਕਰਾਮਾਤੀ ਨੇ। ਅਜਮਤਵਾਨ ਨੇ ਆਪਣੀ ਕਰਾਮਾਤ ਨਾਲ ਬੰਦਾ ਇੱਕ ਥਾਂ ਤੋਂ ਦੂਜੀ ਥਾਂ ਤੇ ਉੱਡ ਕੇ ਚਲਾ ਜਾਂਦਾ। ਇਹਨਾਂ ਆਖਿਆ ਜੇ ਲੋਹੇ ਦਾ ਪਿੰਜਰਾ ਹੋਵੇਗਾ ਉਹਦੇ 'ਚ ਕੈਦ ਕਰਾਂਗੇ ਤੇ ਬੰਦੇ ਦੀ ਕਰਾਮਾਤ ਨਹੀਂ ਚੱਲੇਗੀ। ਤੋ ਲੋਹੇ ਦੇ ਇੱਕ ਪਿੰਜਰੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜ ਕੇ ਇਹਨਾਂ ਨੇ ਕੈਦ ਕੀਤਾ, ਤਨ ਤੇ ਲੋਹੇ ਦੀਆਂ ਬੇੜੀਆਂ ਪਾ ਲਈਆਂ। ਇਸ ਮੈਂ ਪਾਏ ਕੈਦ ਕਰ ਲੀਨ। ਔਰ ਉਸ ਪਿੰਜਰੇ ਦੇ ਵਿੱਚ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੈਦ ਕੀਤਾ। ਅਪਰ ਜੇਲ ਸਭ ਕੋ ਤੈ ਕੀਨ। ਤਕਰੀਬਨ 200 ਦੇ ਨੇੜੇ ਸਿੰਘ ਜਿਹੜੇ ਸਨ ਉਹ ਗੜੀ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਪਕੜੇ ਗਏ। ਲੇਕਰ ਪਾਤਸ਼ਾਹ ਕੇ ਤੀਰ। ਉਹਨਾਂ ਨੂੰ ਪਹਿਲਾਂ ਲਾਹੌਰ ਲੈ ਕੇ ਗਏ, ਲਾਹੌਰ ਤੋਂ ਫਿਰ ਇਹਨਾਂ ਨੇ ਦਿੱਲੀ ਨੂੰ ਜਾਣਾ ਸੀ। ਇਹਨਾਂ ਆਖਿਆ 200 ਬੰਦਾ ਫੜ ਕੇ ਲਿਜਾਵਾਂਗੇ, ਸਾਡੀ ਬੇਇੱਜ਼ਤੀ ਹੋਵੇਗੀ। ਇਹਨਾਂ ਨੇ ਕੀ ਕੀਤਾ, ਤਕਰੀਬਨ 540 ਸਿੰਘ ਹੋਰ ਜਿਹੜੇ ਸਨ ਆਮ ਜਿਹੜੇ ਘਰਾਂ ਵਿੱਚ ਰਹਿਣ ਵਾਲੇ ਸਿੱਖ ਸਨ, ਉਹਨਾਂ ਨੂੰ ਪਕੜ ਕੇ ਗ੍ਰਿਫਤਾਰ ਕਰਕੇ ਨਾਲ ਲੈ ਲਿਆ। ਤਕਰੀਬਨ ਕੁੱਲ ਗਿਣਤੀ ਸਿੰਘਾਂ ਦੀ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਤ ਜਿਨ੍ਹਾਂ ਨੂੰ ਇਹ ਦਿੱਲੀ ਲੈ ਕੇ ਚੱਲੇ ਨੇ, ਉਹ ਇਤਿਹਾਸਕਾਰਾਂ ਨੇ 740 ਸਿੰਘ ਲਿਖੇ ਨੇ। ਗੜੀ ਦੇ ਵਿੱਚੋਂ ਕੇਵਲ 200 ਸਿੰਘ ਹੀ ਬਾਕੀ ਰਹਿ ਗਏ ਸਨ। ਬਾਕੀ ਜਿਹੜੇ ਸਿੰਘ ਘਰਾਂ ਦੇ ਵਿੱਚ ਰਹਿਣ ਵਾਲੇ ਗ੍ਰਸਤੀ ਸਿੰਘ ਸਨ, ਉਹਨਾਂ ਨੂੰ ਪਕੜ ਕੇ ਇਹਨਾਂ ਨੇ ਗਰੀਬ ਸਿੱਖਾਂ ਨੂੰ ਪਕੜ ਕੇ ਨਾਲ ਗ੍ਰਿਫਤਾਰ ਕਰਕੇ ਲੈ ਲਿਆ। ਔਰ ਬਾਦਸ਼ਾਹ ਫਰਖਸ਼ੀਰ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਸੀ। ਬਹਾਦਰ ਸ਼ਾਹ ਦੀ ਮੌਤ ਹੋ ਚੁੱਕੀ ਸੀ। ਉਹਦੇ ਤੋਂ ਬਾਅਦ ਹਿੰਦੁਸਤਾਨ ਦੇ ਤਖਤ ਤੇ ਫਰਖਸ਼ੀਰ ਬੈਠਾ ਸੀ, ਬੜਾ ਜ਼ੁਲਮੀ ਬਾਦਸ਼ਾਹ ਸੀ। ਤੋਂ ਫਰਖਸ਼ੀਰ ਦੇ ਕੋਲ ਪੇਸ਼ ਕਰਨ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪਿੰਜਰੇ 'ਚ ਕੈਦ ਕਰਕੇ ਇੱਕ ਹਾਥੀ ਦੀ ਅੰਬਾਰੀ ਤੇ ਪਿੰਜਰਾ ਰੱਖਿਆ ਗਿਆ। ਔਰ ਜਲੂਸਨੁਮਾ ਰੂਪ ਦੇ ਵਿੱਚ ਬਾਬਾ ਜੀ ਦੀ ਸਵਾਰੀ ਲੈ ਕੇ ਕਹਿੰਦੇ ਨਾਲ ਚੱਲ ਪਏ। ਪਹੁੰਚਤ ਪਏ ਅਧਿਕ ਪਟ ਭੀਰ। ਬਹੁਤ ਸਾਰੀ ਦੁਸ਼ਮਣਾਂ ਦੀ ਫੌਜ ਜਿਹੜੀ ਸੀ ਉਹ ਨਾਲ ਸੀ। ਉਹਨਾਂ ਨੂੰ ਇਹ ਸੀ ਕਿ ਸਿੰਘ ਆ ਕੇ ਕਿਤੇ ਇਹਨਾਂ ਨੂੰ ਛੁਡਾ ਨਾ ਲੈਣ, ਇਸ ਕਰਕੇ ਹਜ਼ਾਰਾਂ ਦੀ ਗਿਣਤੀ 'ਚ ਸਿਪਾਹੀਆਂ ਦਾ ਪਹਿਰਾ ਜਿਹੜਾ ਹੈ ਗਾਰਦੋ ਨਾਲ ਜਾ ਰਹੀ ਹੈ। ਕੀਤਕ ਮਾਸ ਕੈਦ ਮੈਂ ਰਾਖਾ। ਪਹਿਲਾਂ ਕੁਝ ਸਮਾਂ ਲਾਹੌਰ ਵਿੱਚ ਬਾਬਾ ਜੀ ਨੂੰ ਕੈਦ ਰੱਖਿਆ, ਫਿਰ ਦਿੱਲੀ ਲੈ ਕੇ ਗਏ, ਉੱਥੇ ਕੁਝ ਸਮਾਂ ਕੈਦ ਵਿੱਚ ਰੱਖਿਆ। ਉਨ ਪਾਤਸ਼ਾਹ ਹੁਕਮ ਅਸ ਪਾਖਾ। ਲਾਹੌਰ ਦੇ ਵਿੱਚ ਕੁਝ ਸਮਾਂ ਕੈਦ ਰੱਖਿਆ। ਬਾਦਸ਼ਾਹ ਫਰਖਸ਼ੀਰ ਨੇ ਹੁਕਮ ਕੀਤਾ, ਈਤ ਬਿਲੋਕਨ ਨਿਕਟੇ ਹਕਾਰਾ। ਕਹਿੰਦਾ ਵੀ ਉਹਨੂੰ ਮੇਰੇ ਕੋਲ ਤਾਂ ਲਿਆਓ, ਮੈਂ ਵੇਖਾਂ ਤਾਂ ਸਹੀ ਵੀ ਬੰਦਾ ਹੈ ਕਿਹੋ ਜਿਹਾ। ਉਹਨੇ ਸੁਣਿਆ ਬੜਾ ਸੀ।
ਜਦੋਂ ਕੈਦ 'ਚ ਰੱਖਿਆ ਕੁਝ ਦਿਨ ਬੀਤ ਗਏ, ਕਹਿੰਦਾ ਉਹਨੂੰ ਮੇਰੇ ਸਾਹਮਣੇ ਤਾਂ ਲੈ ਕੇ ਆਓ, ਮੈਂ ਵੇਖਾਂ ਤਾਂ ਸਹੀ ਵੀ ਬੰਦਾ ਕਿਹੋ ਜਿਹਾ ਹੈ। ਸ਼ਾਹ ਸੰਗ ਬੰਦੇ ਸੋ ਉਚਾਰਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਲਿਆਂਦਾ, ਬਾਦਸ਼ਾਹ ਦੇ ਕੋਲ ਬਾਬਾ ਜੀ ਜਦੋਂ ਪਹੁੰਚੇ ਤੇ ਬੋਲੇ, ਮੁਝ ਕੋ ਗਹਿ ਕੇ ਲਿਆਏ ਹਦੂਰ। ਕਹਿੰਦੇ ਹੇ ਬਾਦਸ਼ਾਹ, ਮੈਨੂੰ ਤੇਰੇ ਸਾਹਮਣੇ ਪਕੜ ਕੇ ਗ੍ਰਿਫਤਾਰ ਕਰਕੇ ਲਿਆਏ ਹਨ। ਐਸੇ ਹੁਤੋ ਸੋ ਕਿਸ ਮਕਦੂਰ। ਇੰਨਾ ਜ਼ੋਰ ਨਹੀਂ ਸੀ ਕਿਸੇ ਵਿੱਚ ਕਿ ਕੋਈ ਮੈਨੂੰ ਪਕੜ ਕੇ ਗ੍ਰਿਫਤਾਰ ਕਰਕੇ ਤੇਰੇ ਕੋਲ ਲੈ ਆਉਂਦਾ। ਇੰਨੀ ਕਿਸੇ 'ਚ ਤਾਕਤ ਨਹੀਂ ਸੀ, ਕਿਸੇ 'ਚ ਜੁਰਤ ਨਹੀਂ ਸੀ। ਕੋਈ ਨਾ ਸਕੇ ਮਾਰ ਮੁਝ ਤਾਈ। ਮੈਨੂੰ ਕੋਈ ਮਾਰਨ ਦੀ ਸਮਰੱਥਾ ਨਹੀਂ ਸੀ ਰੱਖਦਾ। ਆਪਣੀ ਬਾਤ ਆਪ ਬਿਗੜਾਈ। ਇਹ ਤਾਂ ਮੈਂ ਸਤਿਗੁਰੂ ਜੀ ਦੇ ਕੁਝ ਬਚਨ ਜਿਨ੍ਹਾਂ ਤੋਂ ਮੈਂ ਪੂਰਨ ਤੌਰ ਤੇ ਖਰਾ ਨਹੀਂ ਉਤਰਿਆ, ਉਹ ਕਸਵੱਟੀ ਲੱਗੀ ਸੀ, ਪਰ ਹੁਣ ਮੈਨੂੰ ਸਮਝ ਪੈ ਗਈ ਹੈ। ਸੰਸਾਰ ਹੈ ਗੁਰੂ ਖਾਲਸਾ ਜੀ, ਹਰ ਇੱਕ ਜੀਵ ਮਾਤਰ ਭੁੱਲਣ ਵਿੱਚ ਹੈ, ਪਰ ਸਾਹਿਬ ਦੇ ਚਰਨਾਂ ਵਿੱਚ ਜਦੋਂ ਕੋਈ ਸਮਰਪਿਤ ਹੋ ਜਾਂਦਾ, ਉਹਦੀਆਂ ਸਾਰੀਆਂ ਭੁੱਲਾਂ ਸਾਹਿਬ ਜੀ ਬਖਸ਼ ਲੈਂਦੇ ਹਨ। ਮਹਾਰਾਜ ਬਾਬਾ ਬੰਦਾ ਸਿੰਘ ਜੀ ਕਹਿੰਦੇ, ਤੇਰੀ ਕੀ ਤਾਕਤ ਸੀ ਤੂੰ ਮੈਨੂੰ ਫੜ ਸਕਦਾ? ਤੇਰਾ ਕੀ ਤਾਣ ਸੀ? ਇਹ ਤਾਂ ਮੇਰੇ ਸਤਿਗੁਰੂ ਕਲਗੀਧਰ ਜੀ ਦੇ ਬਚਨ ਸਨ ਕੁਝ ਜਿਹੜੇ ਮੈਂ ਪਾਲੇ ਨਹੀਂ। ਜਿਸ ਗੁਰ ਨੇ ਸਲਤਨਤ ਵਦੀਨ। ਮੈਂ ਵੀ ਉਸੇ ਗੁਰੂ ਦਾ ਬੰਦਾ ਹਾਂ ਜਿਸ ਗੁਰੂ ਨੇ ਤੁਹਾਨੂੰ ਇਹ ਬਾਦਸ਼ਾਹੀਆਂ ਦਿੱਤੀਆਂ ਨੇ, ਜਿਸ ਗੁਰੂ ਨੇ ਤੁਹਾਨੂੰ ਇਹ ਪਾਤਸ਼ਾਹੀਆਂ ਦਿੱਤੀਆਂ ਨੇ ਮੁਗਲਾਂ ਨੂੰ, ਮੈਂ ਉਸੇ ਗੁਰੂ ਦਾ ਬੰਦਾ ਹਾਂ। ਤਿਸ ਪ੍ਰਭ ਨੇ ਮੋਹ ਕੋ ਵੱਡ ਕੀਨ। ਉਸ ਪ੍ਰਭੂ ਨੇ ਮੇਰੇ ਤੇ ਕਿਰਪਾ ਕੀਤੀ ਹੈ, ਮੈਨੂੰ ਰੁਲਦੇ ਫਿਰਦੇ ਨੂੰ ਸਿਰ ਤੇ ਹੱਥ ਧਰ ਕੇ ਆਪਣਾ ਬੰਦਾ ਬਣਾਇਆ ਗੋਦਾਵਰੀ ਦੇ ਕੰਢੇ ਤੇ। ਉਸ ਗੁਰੂ ਨੇ ਮੇਰੇ ਤੇ ਮਹਾਨ ਬਖਸ਼ਿਸ਼ ਕੀਤੀ ਹੈ, ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਵੱਡਿਆਂ ਕੀਤਾ। ਤਿਨ ਕੇ ਬਚਨ ਵਿਖੇ ਨ ਰਹਿਓ। ਮੈਂ ਉਹਨਾਂ ਦਾ ਇੱਕ ਬਚਨ ਜਿਹੜਾ ਸੀ ਉਹ ਪਾਲਿਆ ਨਹੀਂ, ਉਹਨਾਂ ਦੇ ਬਚਨ ਵਿੱਚ ਨਹੀਂ ਰਿਹਾ। ਤੋ ਏਤਕ ਸੰਕਟ ਮੈਂ ਸਹਿਓ। ਤਾਂ ਤੁਹਾਡੇ ਕਾਬੂ ਆ ਗਿਆ ਹਾਂ, ਵਰਨਾ ਕਿਹਦੇ 'ਚ ਇੰਨੀ ਤਾਕਤ ਸੀ ਕਿ ਮੈਂ ਜੇ ਗੁਰੂ ਹੁਕਮ ਦੀ ਪਾਲਣਾ ਕਰਦਾ ਕਿ ਤੁਸੀਂ ਮੈਨੂੰ ਪਕੜ ਸਕਦੇ। ਤੋ ਇਸੇ ਕਰਕੇ ਮੈਂ ਤੁਹਾਡੀ ਗ੍ਰਿਫਤ ਵਿੱਚ ਆਇਆ ਹਾਂ। ਸਪਤ ਬਰਕ ਤੇਰੀ ਬੈ ਜਾਨ। ਬਾਦਸ਼ਾਹ 7 ਸਾਲ ਤੇਰੇ ਰਾਜ ਭਾਗ ਦੀ, ਤਕਰੀਬਨ 7 ਸਾਲ ਫਰਕਸ਼ੀਅਰ ਨੇ ਬਾਦਸ਼ਾਹੀ ਕੀਤੀ ਹਿੰਦੁਸਤਾਨ ਦੀ। ਬਾਬਾ ਬੰਦਾ ਸਿੰਘ ਬਹਾਦਰ ਤਕਰੀਬਨ 4 ਸਾਲ ਇਹਦੇ ਬੀਤ ਗਏ ਸੀ ਫਰਕਸ਼ੀਅਰ ਦੇ। ਕਹਿੰਦੇ ਤੇਰੀ ਕੁੱਲ ਬਾਦਸ਼ਾਹੀ ਵੇਖੋ, ਬਾਬਾ ਬੰਦਾ ਸਿੰਘ ਬਹਾਦਰ ਜੀ ਕੈਸੀ ਉੱਚ ਅਵਸਥਾ ਦੇ ਮਾਲਕ ਸਨ। ਅੰਤਰਯਾਮਤਾ ਜੈਸੀਆਂ ਸਿੱਧੀਆਂ ਵੀ ਉਹਨਾਂ ਦੇ ਪਾਸ ਸੀ। ਗੁਰੂ ਸਾਹਿਬ ਦੀ ਕਿਰਪਾ ਦੇ ਇਸੇ ਕਰਕੇ ਪਾਤਰ ਹੋਏ ਨਾ ਕਿ ਜਦੋਂ ਗਏ ਤੇ ਪਹਿਲੇ ਦਿਨ ਹੀ ਦਇਆ ਦ੍ਰਿਸ਼ਟੀ ਕੀਤੀ ਤੇ ਬਖਸ਼ਿਸ਼ਾਂ ਨਾਲ ਨਵਾਜ ਦਿੱਤਾ। ਕੋਈ ਭਾਂਡਾ ਬਣਿਆ ਸੀ ਨਾ, ਤਾਂ ਹੀ ਵਿੱਚ ਵਸਤੂ ਪਾਈ ਹੈ ਨਾ। ਕਹਿੰਦੇ ਤੇਰੀ ਕੁੱਲ ਬਾਦਸ਼ਾਹਤ ਦੀ ਜਿਹੜੀ ਉਮਰ ਹੈ ਉਹ 7 ਸਾਲ ਦੀ ਹੈ। ਮੋਹੇ ਮਰਨ ਪੀਛੇ 8 ਦਿਨ ਮੈਂ। ਸਾਡੇ ਸ਼ਹੀਦੀ ਤੋਂ ਬਾਅਦ ਕੁਝ ਸਮੇਂ ਬਾਅਦ ਹੇ ਬਾਦਸ਼ਾਹ ਤੇਰਾ ਵੀ ਮਰਨ ਦਾ ਦਿਨ ਨੇੜੇ ਆ ਜਾਣਾ। ਫਰਕਸ਼ੀਅਰ ਕਹਿੰਦਾ ਬੰਦਿਆ ਦੱਸ ਮੈਂ ਤੈਨੂੰ ਕਿਹੜੀ ਮੌਤੇ ਮਾਰਾਂ? ਤੇ ਬਾਬਾ ਜੀ ਨੇ ਅੱਗੋਂ ਜਵਾਬ ਦਿੱਤਾ, ਜਿਹੜੀ ਮੌਤੇ ਤੂੰ ਖੁਦ ਮਰਨਾ ਚਾਹੁੰਦਾ। ਇਹਨੇ ਹਾਥੀ ਦੇ ਪਿੱਛੇ ਘਸੀਟਿਆ ਬਾਬਾ ਜੀ ਨੂੰ, ਤੇ ਫਰਕਸ਼ੀਅਰ ਦੀ ਦਸ਼ਾ ਵੀ ਬਾਅਦ ਵਿੱਚ ਇਹੀ ਹੋਈ ਸੀ। ਬਾਬਾ ਜੀ ਦੇ ਬਚਨ ਪੂਰੇ ਹੋਏ ਸਨ। ਹਾਂਜੀ, ਤੇਰੀ ਮ੍ਰਿਤਿਉ ਹੋਏ ਲੱਖ ਮਨ ਮੈਂ। ਇਹ ਗੱਲ ਜਾਣ ਲੈ ਆਪਣੇ ਮਨ ਵਿੱਚ ਕਿ ਕੁਝ ਸਮੇਂ ਤਾਈਂ ਤੇਰੀ ਮ੍ਰਿਤੂ ਆਉਣ ਵਾਲੀ ਹੈ। ਜਬ ਤੂੰ ਮਰੇ ਜਾਏ ਜਮ ਧਾਮ। ਬਾਦਸ਼ਾਹ ਜਦੋਂ ਤੂੰ ਮਰ ਕੇ ਜਮਪੁਰੀ ਨੂੰ ਜਾਵੇਂਗਾ, ਜਮ ਧਾਮ ਨੂੰ ਜਾਵੇਂਗਾ, ਬਿਗੜੇ ਅਵਨੀ ਰਾਜ ਤਮਾਮ। ਬਸ ਤੇਰੇ ਤੋਂ ਬਾਅਦ ਇਹ ਰਾਜ ਭਾਗ ਤੁਹਾਡਾ ਵਿਗੜ ਜਾਣਾ। ਇਹੋ ਜਿਹਾ ਵਿਗੜਨਾ, ਕਦੇ ਮਰੱਟੇ ਹਮਲਾ ਕਰਨਗੇ, ਇਹੀ ਹੋਇਆ ਬਾਅਦ ਵਿੱਚ। ਕਦੇ ਇਧਰੋਂ ਨਾਦਰ ਨੇ ਹਮਲਾ ਕੀਤਾ, ਕਦੇ ਫਿਰ ਮੁੜ ਕੇ ਇਹਨਾਂ ਕੋਲੋਂ ਬਾਦਸ਼ਾਹੀ ਨਹੀਂ ਹੋਈ। ਫਿਰ ਤਾਂ ਡਰ ਡਰ ਕੇ ਸਹਿਮ ਦੇ ਵਿੱਚ ਹੀ ਬਾਦਸ਼ਾਹੀ ਕਰਦੇ ਰਹੇ। ਬਾਬਾ ਜੀ ਕਹਿਣ ਲੱਗੇ ਬਸ ਤੇਰੇ ਮਰਨ ਦੀ ਦੇਰੀ ਹੈ, ਤੇਰੇ ਮਰਨ ਤੋਂ ਬਾਅਦ ਤੁਹਾਡੀ ਇਸ ਬਾਦਸ਼ਾਹਤ ਵਿੱਚ ਰੌਲਾ ਪੈ ਜਾਏਗਾ। ਦਿਨ ਪ੍ਰਤ ਨਸੇ ਤੇਜ ਤੁਰ ਕਾਨਾ। ਤੁਹਾਡਾ ਮਲੇਛਾਂ ਦਾ ਜਿਹੜਾ ਦਿਨ ਪ੍ਰਤੀ ਦਿਨ ਤੇਜ
ਤੇਜ ਪ੍ਰਤਾਪ ਹੈ ਇਹ ਘਟ ਜਾਵੇਗਾ, ਸਮਾਪਤ ਹੋ ਜਾਵੇਗਾ ਤੁਹਾਡਾ ਰਾਜ ਭਾਗ। ਸੁਨਤ ਬਹਾਦਰ ਸ਼ਾਹ ਬਖਾਨਾ। ਸੁਣ ਕੇ ਬਾਦਸ਼ਾਹ ਫਰਖਸ਼ੀਰ ਬੋਲਿਆ, ਇਸਕੋ ਮਾਰੋ ਵੈਰ ਕਹਿੰਦਾ ਲਿਜਾਏ। ਜਾਓ ਇਹਨੂੰ ਇਹਦੇ ਨਾਲ ਦੇ ਪਹਿਲਾਂ ਸਾਥੀ ਸ਼ਹੀਦ ਕਰੋ। ਖਾਲਸਾ ਜੀ 740 ਸਿੰਘ ਸਨ ਨਾਲ, ਜਿਨ੍ਹਾਂ ਚੋਂ 100 ਸਿੰਘ ਰੋਜ਼ ਸ਼ਹੀਦ ਕੀਤੇ ਜਾਂਦੇ ਸਨ, ਬੜੇ ਬੜੇ ਤਸੀਹੇ ਤਸ਼ੱਦਦ ਦੇ ਕੇ। ਅੰਗਰੇਜ਼ ਲੋਕ ਉਸ ਵੇਲੇ ਉੱਥੇ ਆ ਕੇ, ਮੁਸਲਮਾਨ ਲਿਖਾਰੀ ਆ ਕੇ ਵੇਖਦੇ, ਉਹ ਲਿਖਦੇ ਨੇ, ਕਹਿੰਦੇ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ, ਹਰ ਇੱਕ ਸਿੰਘ ਦੂਜੇ ਨੂੰ ਪਿੱਛੇ ਕਰਕੇ ਜਲਾਦ ਨੂੰ ਕਹਿੰਦਾ ਸੀ, ਪਹਿਲਾਂ ਮੁਕਤੀ ਦਾਤਾ ਮੈਨੂੰ ਮਾਰ। ਜਲਾਦ ਨੂੰ ਮੁਕਤੀ ਦਾਤਾ ਕਹਿੰਦੇ ਸੀ। ਕਿਸੇ ਇੱਕ ਵੀ ਸਿੰਘ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਨ ਵਾਸਤੇ ਆਪਣਾ ਮਨ ਡਾਵਾ ਡੋਲ ਨਹੀਂ ਕੀਤਾ। ਉਹਨਾਂ ਲਿਖਿਆ, ਇੱਕ 13-14 ਸਾਲ ਦੀ ਉਮਰ ਦਾ ਇੱਕ ਬੱਚਾ ਹਾਲੇ ਨਵਾਂ ਵਿਆਹਿਆ ਸੀ, ਉਹ ਵੀ ਨਾਲ ਪਕੜ ਕੇ ਲੈ ਆਂਦਾ ਸੀ ਵੀ ਇਹ ਵੀ ਸਿੱਖੜਾ ਹੈ। ਉਹਦੀ ਮਾਤਾ ਨੇ ਜਾ ਕੇ ਘਿਆ ਕੇ ਬੇਨਤੀ ਕੀਤੀ ਵੀ ਇਹ ਮੇਰਾ ਬੱਚਾ ਹੈ, ਇਹ ਸਿੱਖ ਨਹੀਂ ਹੈ, ਇਹਨੂੰ ਛੱਡ ਦਿਓ। ਬਾਦਸ਼ਾਹ ਕਹਿਣ ਲੱਗਾ ਵੀ ਜੋ ਆਪ ਕਹਿ ਦੇ ਵੀ ਮੈਂ ਸਿੱਖ ਨਹੀਂ ਆ ਤੇ ਮੈਂ ਛੱਡ ਦਿੰਨਾ। ਜਦੋਂ ਉਸ ਨੂੰ ਕਿਹਾ ਵੀ ਭਾਈ ਜੇ ਤੂੰ ਇਹ ਕਹਿ ਦੇ, ਮਾਂ ਕਹਿੰਦੀ ਆ ਜਾ ਕੇ ਕਹਿ ਦੇ, ਉਹਨੇ ਆਖਿਆ ਇਹ ਮੇਰੀ ਮਾਂ ਹੀ ਨਹੀਂ ਹੈ, ਇਹ ਨਹੀਂ ਮੇਰੀ ਮਾਂ ਹੋ ਸਕਦੀ, ਮੈਂ ਸਿੱਖ ਹਾਂ ਗੁਰੂ ਕਾ, ਤੇ ਜੇ ਮੇਰੇ ਭਰਾਵਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਤੇ ਮੇਰੇ ਨਾਲ ਕਿਉਂ ਕਾਣੀ ਵੰਡ ਕਰ ਦਿਓ, ਮੈਨੂੰ ਵੀ ਸ਼ਹੀਦੀ ਦਿਓ। ਤੋ ਇਸ ਪ੍ਰਕਾਰ ਕਹਿੰਦੇ ਉਹਨਾਂ ਸਿੰਘਾਂ ਨੇ, ਸੂਰਬੀਰਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਜਦੋਂ 700 ਸਿੰਘ ਨਾਲ ਦੇ ਸ਼ਹੀਦ ਕਰ ਦਿੱਤੇ ਗਏ, ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦੇਣੇ ਸ਼ੁਰੂ ਕੀਤੇ ਗਏ। ਸ਼ੇਖ ਬਖਤਿਆਰ ਕਾਕੀ ਜੀ ਦੀ ਮਜ਼ਾਰ ਹੈ, ਭਗਤ ਫਰੀਦ ਜੀ ਦੇ ਗੁਰੂ ਸਨ ਸ਼ੇਖ ਬਖਤਿਆਰ ਕਾਕੀ ਜੀ। ਉਹਨਾਂ ਦੇ ਮਜ਼ਾਰ ਦੇ ਨੇੜੇ ਅੱਜ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਅਸਥਾਨ ਉੱਥੇ ਮੌਜੂਦ ਹੈ। ਤਕਰੀਬਨ 3-4 ਸਾਲ ਪਹਿਲਾਂ ਮੈਂ ਉੱਥੇ ਕਥਾ ਦੀ ਹਾਜ਼ਰੀ ਭਰ ਕੇ ਆਇਆ ਸੀ ਦਿੱਲੀ ਵਿਖੇ। ਅਨੇਕਾਂ ਤਸੀਹੇ ਦਿੱਤੇ ਗਏ। ਬਾਬਾ ਜੀ ਦੇ ਸਰੀਰ ਦੇ ਵਿੱਚੋਂ ਜਮੂਰਾਂ ਦੇ ਨਾਲ ਮਾਸ ਨੋਚਿਆ ਗਿਆ। 4 ਸਾਲ ਦਾ ਬਾਲਕ ਬਾਬਾ ਜੀ ਦੀ ਗੋਦ ਵਿੱਚ ਰੱਖ ਕੇ ਕੋਹ ਕੇ ਸ਼ਹੀਦ ਕਰਕੇ ਉਹਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੁਖ 'ਚ ਤੁੰਨਿਆ ਗਿਆ। ਪਰ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਅਡੋਲ ਬੈਠੇ ਰਹੇ। ਜਿਸ ਵੇਲੇ ਅਨੇਕਾਂ ਤਸੀਹਾਂ ਦੇ ਬਾਵਜੂਦ ਵੀ ਬਾਬਾ ਜੀ ਨਹੀਂ ਡੋਲੇ, ਬਾਦਸ਼ਾਹ ਫਰਖਸ਼ੀਰ ਕਹਿੰਦਾ ਤੂੰ ਕਿਸ ਮਿੱਟੀ ਦਾ ਬਣਿਆ ਹੈ, ਤੈਨੂੰ ਇੰਨੇ ਤਸੀਹੇ ਦਿੱਤੇ ਜਾ ਰਹੇ ਨੇ, ਤੂੰ ਆਪਣੇ ਮੁਖ ਤੋਂ ਸੀ ਤੱਕ ਨਹੀਂ ਉਚਾਰਦਾ। ਬਾਬਾ ਜੀ ਨੇ ਜਿਹੜਾ ਜਵਾਬ ਦਿੱਤਾ ਸੀ ਬੜੇ ਕਮਾਲ ਦਾ ਸੀ। ਕਹਿਣ ਲੱਗੇ, ਬਾਦਸ਼ਾਹ ਫਰਖਸ਼ੀਰ ਤੂੰ ਆਪਣੇ ਕਿਲੇ ਵਿੱਚ ਬੈਠਾ ਹੋਵੇਂ, ਤੇਰੇ ਕਿਲੇ ਦੀਆਂ ਬਾਹਰਲੀਆਂ ਕੰਧਾਂ ਨੂੰ ਕੋਈ ਡਾਂਗਾਂ ਨਾਲ ਕੁੱਟੇ, ਕੋਈ ਘਣਾ ਦੇ ਨਾਲ ਉਹਨਾਂ ਇੱਟਾਂ ਨੂੰ ਤੋੜੇ, ਤੈਨੂੰ ਅੰਦਰ ਬੈਠੇ ਨੂੰ ਕੀ ਤਕਲੀਫ ਹੋਵੇਗੀ? ਕੋਈ ਕਹਿੰਦਾ ਮੈਂ ਤਾਂ ਅੰਦਰ ਬੈਠਾ, ਮੈਨੂੰ ਕਾਹਦਾ ਦਰਦ ਹੋਣਾ ਹੈ, ਉਹ ਤਾਂ ਕਿਲਾ ਹੈ। ਕਹਿੰਦੇ ਸਰੀਰ ਵੀ ਮੇਰਾ ਕਿਲਾ ਹੈ, ਮੈਂ ਇਹਦੇ ਵਿੱਚ ਬੈਠਾ ਹੋਇਆ ਆਤਮਾ ਸਵਰੂਪ ਹਾਂ, ਔਰ ਮੇਰੀ ਉਸ ਆਤਮਾ ਨੂੰ ਤੇਰੇ ਜਮੂਰ ਨਹੀਂ ਕੱਟ ਸਕਦੇ, ਤੇਰੀਆਂ ਇਹ ਤਲਵਾਰਾਂ ਨਹੀਂ ਕੱਟ ਸਕਦੀਆਂ। ਔਰ ਇਹ ਗਿਆਨ ਮੈਨੂੰ ਮੇਰੇ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਅਨੇਕਾਂ ਪ੍ਰਕਾਰ ਦੇ ਤਸੀਹੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦਿੱਤੇ ਗਏ। ਇਸਕੋ ਮਾਰੋ ਵੈਰ ਲਿਜਾਏ। ਕੀਤਾ ਬਾਦਸ਼ਾਹ ਨੇ ਵੀ ਇਹਨੂੰ ਕਤਲ ਕਰ ਦਿਓ, ਮਾਰ ਦਿਓ ਬਾਹਰ ਲਿਜਾ ਕੇ। ਅਪਰਜ ਗਏ ਲੋਕ ਸਮੁਦਾਏ। ਜਿਹੜੇ ਹੋਰ ਇਹਨਾਂ ਦੇ ਨਾਲ ਇਹਦੇ ਸਾਥੀ ਪਕੜੇ ਹਨ, ਸਨੇ ਸਨੇ ਸਭ ਕੋ ਮਰਵਾਵੋ। ਉਹਨਾਂ ਸਾਰਿਆਂ ਨੂੰ ਸਨੇ ਸਨੇ ਮਰਵਾ ਦਿਓ, 100-100 ਕਰਕੇ, 50-50 ਕਰਕੇ ਸਾਰੇ ਸ਼ਹੀਦ ਕਰ ਦਿਓ। ਕੋਈ ਨਾ ਬਚੇ ਪ੍ਰਾਨ ਗਵਾਵੋ। ਕੋਈ ਵੀ ਇਹਨਾਂ ਵਿੱਚੋਂ ਜਿਉਂਦਾ ਨਾ ਬਚੇ, ਸਾਰਿਆਂ ਦੇ ਪ੍ਰਾਣ ਗਵਾ ਦਿਓ। ਵਹਿਰ ਨਿਕਾਸਿਓ ਬੰਦਾ ਮਾਰਿਓ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਾਥੀਆਂ ਨੂੰ ਸ਼ਹੀਦ ਕੀਤਾ ਗਿਆ। ਅਖੀਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਨ 1716 ਈਸਵੀ ਵਿੱਚ ਸ਼ਹੀਦ ਕੀਤਾ ਗਿਆ। ਲਾਸਾਨੀ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪ੍ਰਾਪਤ ਕੀਤੀ। ਸਿੱਖ ਸੰਗਤ ਸੁਣ ਕੇ ਦੁੱਖ ਧਾਰਿਓ। ਜਿੰਨੀ ਸਿੱਖ ਸੰਗਤ ਸੀ ਬੜੀ ਦੁਖੀ ਹੋਈ ਕਿ ਪੰਥ ਦਾ ਐਡਾ ਵੱਡਾ ਮਹਾਨ ਜਰਨੈਲ ਯੋਧਾ ਪਾਪੀਆਂ ਮਲੇਛਾਂ ਨੇ ਸ਼ਹੀਦ ਕਰ ਦਿੱਤਾ। ਮਾਤ ਸੁੰਦਰੀ ਟਿਗ ਚੱਲ ਗਏ। ਮਾਤਾ ਸੁੰਦਰੀ ਜੀ ਉਹਨਾਂ ਦਿਨਾਂ ਵਿੱਚ ਦਿੱਲੀ ਵਿੱਚ ਸਨ।
तो संगत बड़ी दुखी व्याकुल होके माता सुंदरी जी दे पास गई। सब कर जोर बखानत पए। उन्होंने हाथ जोड़ के माता सुंदरी जी ਨੂੰ ਬੇਨਤੀ ਕੀਤੀ। कान सिंह बाबा विच कैद। ਕਹਿਣ ਲੱਗੇ ਕਿ ਪੰਥ ਦੇ ਏਡੇ ਵੱਡੇ ਜਰਨੈਲ ਬਾਬਾ ਬੰਦਾ ਸਿੰਘ ਜੀ ਸ਼ਹੀਦੀ ਪਾ ਗਏ ਨੇ। ਜਥੇਦਾਰ ਬਾਬਾ ਕਾਹਨ ਸਿੰਘ ਜੀ ਵੀ ਦਲ ਉਹ ਵੀ ਗ੍ਰਿਫਤ ਵਿੱਚ ਹਨ। ਸੰਗਤ ਨੂੰ ਇਹ ਉਮੀਦ ਸੀ ਕਿ ਭਾਈ ਕਾਹਨ ਸਿੰਘ ਜੀ ਬੜੇ ਸਿਆਣੀ ਤੇ ਦੂਰਅੰਦੇਸ਼ੀ ਬਿਰਤੀ ਦੇ ਮਾਲਕ ਨੇ। ਮਾਤਾ ਸੁੰਦਰੀ ਜੀ ਦੇ ਨਾਲ ਇਹੀ ਵਿਚਾਰ ਹੁੰਦੀ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਪੰਥ ਦੀ ਕਮਾਂਡ ਜਿਹੜੀ ਹੈ ਉਹ ਭਾਈ ਕਾਹਨ ਸਿੰਘ ਜੀ ਹੋਣੀ ਸੰਭਾਲਣਗੇ। ਇਸ ਕਰਕੇ ਸੰਗਤ ਦਾ ਯਤਨ ਸੀ ਵੀ ਕਿਸੇ ਤਰੀਕੇ ਭਾਈ ਕਾਹਨ ਸਿੰਘ ਜੀ ਨੂੰ ਬਾਬਾ ਕਾਹਨ ਸਿੰਘ ਜੀ ਨੂੰ ਗ੍ਰਿਫਤ ਦੇ ਵਿੱਚੋਂ ਕੈਦ ਚੋਂ ਛੁਡਾਇਆ ਜਾਵੇ। ਉਹਦੀ ਵਿਉਂਤਬੰਦੀ ਕਰਨ ਲਈ ਸੰਗਤ ਮਾਤਾ ਸੁੰਦਰੀ ਜੀ ਦੇ ਪਾਸ ਆਈ। जिन छूटन की नहीं उम्मीद। ਆਖਿਆ ਮਾਤਾ ਜੀ ਬਾਬਾ ਕਾਹਨ ਸਿੰਘ ਜੀ ਕੈਦ ਵਿੱਚ ਨੇ, ਉਹਨਾਂ ਦੀ ਵੀ ਛੁੱਟਣ ਦੀ ਕੋਈ ਉਮੀਦ ਨਹੀਂ। मारन हुक्म सबन दिए शाहू। ਕਿ ਬਾਦਸ਼ਾਹ ਨੇ ਸਾਰਿਆਂ ਨੂੰ ਮਾਰਨ ਦਾ ਹੁਕਮ ਕਰ ਦਿੱਤਾ ਹੈ। मार दियो बंदा पल माहू। ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਸ਼ਹੀਦ ਕਰ ਦਿੱਤਾ ਜਾ ਰਿਹਾ ਹੈ। सुन के मात सबन सो कहो। ਸੁਣ ਕੇ ਮਾਤਾ ਜੀ ਉਸ ਵੇਲੇ ਸੰਗਤ ਨੂੰ ਕਹਿਣ ਲੱਗੇ कान सिंह छुड़ावन ਕਹਿੰਦੇ ਵੀ चाहिए। ਬਾਬਾ ਕਾਹਨ ਸਿੰਘ ਜੀ ਨੂੰ ਜ਼ਰੂਰ ਛਡਾਣਾ ਚਾਹੀਦਾ ਹੈ। ਉਹਨਾਂ ਤੇ ਉਮੀਦ ਹੈ ਵੀ ਆਉਣ ਵਾਲੇ ਸਮੇਂ 'ਚ ਪੰਥ ਦੀ ਜਰਨੈਲੀ ਕਰਨਗੇ, ਕਮਾਂਡ ਸਾਂਭਣਗੇ। जन्मियो गुर के बंस मजारी। ਨਾਲੇ ਬਾਬਾ ਕਾਹਨ ਸਿੰਘ ਜੀ ਵੀ ਗੁਰੂ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚ ਜਨਮੇ ਹਨ। गुण शुभ गुण जुत पट पुज पारी। ਗੁਰੂ ਅੰਗਦ ਸਾਹਿਬ ਦੀ ਅੰਸ਼ ਵੰਸ਼ ਵਿੱਚੋਂ ਨੇ ਬਾਬਾ ਕਾਹਨ ਸਿੰਘ ਜੀ ਵੀ। ਫਿਰ ਸੂਰਮੇ ਨੇ, ਯੋਧੇ ਨੇ, ਪੰਥ ਦੀ ਮਰਿਆਦਾ ਦਾ ਪਤਾ ਤੇ ਕਲਗੀਧਰ ਜੀ ਦਾ ਥਾਪੜਾ ਉਹਨਾਂ ਪ੍ਰਾਪਤ ਕੀਤਾ ਹੈ। नहीं ता तिस श्रोण परे जिस थाए। ਏਡਾ ਵੱਡਾ ਮਹਾਨ ਪੁਰਸ਼ ਮਹਾਂਪੁਰਸ਼ ਹੈ, ਗੁਰੂ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਹੈ। ਜੇ ਉਹ ਵੀ ਸ਼ਹੀਦ ਹੋ ਗਿਆ, ਉਹਦਾ ਖੂਨ ਵੀ ਡੁੱਲ ਗਿਆ। बड़े अपराध होए ते जाए। ਇਹ ਵੱਡਾ ਅਪਰਾਧ ਹੋਵੇਗਾ। हर सिंगन की सिक्खी माए। ਔਰ ਸਿੰਘਾਂ ਵਿੱਚ ਤੇ ਸਿੱਖਾਂ ਵਿੱਚ परे तफाउत मिटे नाए। ਉਹ ਫਰਕ ਪੈ ਜਾਏਗਾ। ਜੇ ਕਾਹਨ ਸਿੰਘ ਹੋਵੇਗਾ ਵਿੱਚ ਤੇ ਉਹ ਸਿੰਘਾਂ ਦਾ ਗੁਰਮਤਾ ਕਰਾ ਦੇਗਾ, ਕਿਉਂਕਿ ਦੋ ਧੜੇ ਤਕਰੀਬਨ ਬਣ ਗਏ ਸੀ। ਇੱਕ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਪਾਸੇ, ਇੱਕ ਇਧਰ ਤਤ ਖਾਲਸੇ ਵਾਲੇ ਪਾਸੇ ਬਾਬਾ ਵਿਨੋਦ। ਹੁਣ ਇਹ ਉਮੀਦ ਸੀ ਵੀ ਜੇ ਕਾਹਨ ਸਿੰਘ ਰਹੇਗਾ ਤੇ ਉਹ ਪੰਥ ਦਾ ਗੁਰਮਤਾ ਕਰਾ ਦੇਗਾ। ਜਿਹੜਾ ਸਿੰਘਾਂ ਵਿੱਚ ਆਪਸੀ ਮਨ ਮੁਟਾਵ ਹੋਇਆ, ਬੰਦਈ ਖਾਲਸਾ ਤਤ ਖਾਲਸਾ ਬਣਨ ਦੇ ਜਿਹੜੇ ਅਸਾਰ ਬਣੇ ਹੋਏ ਨੇ, ਧੜੇ ਬਣਨ ਵਾਲੇ ਹੋਏ ਨੇ। ਮਾਤਾ ਜੀ ਹੋਣਾ ਦੀ ਔਰ ਸੰਗਤ ਦੀ ਇਹ ਵਿਚਾਰ ਸੀ ਕਿ ਭਾਈ ਕਾਹਨ ਸਿੰਘ ਜੀ ਵਿੱਚ ਪੈ ਕੇ ਪੰਥ ਦੀ ਏਕਤਾ ਕਰਾਉਣਗੇ। ਇਸ ਕਰਕੇ ਹਰ ਹਿੱਲੇ ਇਹਨਾਂ ਨੂੰ ਇਸ ਗ੍ਰਿਫਤ ਵਿੱਚੋਂ ਛਡਾਉਣਾ ਚਾਹੀਦਾ, ਕਿਉਂਕਿ ਇਹਨਾਂ ਦਾ ਸਤਿਕਾਰ ਦੋਹਾਂ ਪਾਸੇ ਹੈ। ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਅਨੁਯਾਈ ਸਨ, ਉਹ ਵੀ ਭਾਈ ਕਾਹਨ ਸਿੰਘ ਦਾ ਸਤਿਕਾਰ ਕਰਦੇ ਸਨ। ਤੇ ਬਾਬਾ ਵਿਨੋਦ ਸਿੰਘ ਜੀ ਦੇ ਤਾਂ ਇਹ ਫਿਰ ਸੁਪੁੱਤਰ ਸਨ। ਉਧਰ ਵੀ ਤਤ ਖਾਲਸੇ ਵੱਲ ਵੀ ਇਹਨਾਂ ਦਾ ਪ੍ਰੇਮ ਭਾਵ ਸੀ। ਸਾਂਝੇ ਹੋਣ ਕਰਕੇ ਕਿਉਂਕਿ ਸਾਂਝਾ ਬੰਦਾ ਹੀ ਵਿੱਚ ਪੈ ਕੇ ਦੋਹਾਂ ਧੜਿਆਂ ਦੀ ਸੁਲ੍ਹਾ ਕਰਾ ਸਕਦਾ ਸੀ। ਤੋ ਇਸ ਕਰਕੇ ਵਿਚਾਰ ਇਹ ਸੀ ਕਿ ਕਿਸੇ ਤਰੀਕੇ ਬਾਬਾ ਕਾਹਨ ਸਿੰਘ ਜੀ ਨੂੰ ਛੁਡਾਇਆ ਜਾਵੇ। दसम गुरु के रहो हजूर। ਬਾਬਾ ਕਾਹਨ ਸਿੰਘ ਜੀ ਛੋਟੀ ਹਸਤੀ ਨਹੀਂ ਹਨ। ਬਾਬਾ ਕਾਹਨ ਸਿੰਘ ਜੀ ਨੇ ਬਾਜਾਂ ਵਾਲੇ ਕਲਗੀਧਰ ਦੇ ਹੱਥੋਂ ਖੰਡੇ ਬਾਟੇ ਦੀ ਪੋਲ ਛਕੀ ਹੈ ਔਰ 10ਵੇਂ ਪਾਤਸ਼ਾਹ ਜੀ ਦੇ ਹਜੂਰ ਰਹੇ ਹਨ। याते करो उपाय जरूर। ਇਸ ਕਰਕੇ ਸੰਗਤ ਜੀ ਕੋਈ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ। ਬਾਬਾ ਕਾਹਨ ਸਿੰਘ ਜੀ ਨੂੰ ਕਿਸੇ ਤਰੀਕੇ ਕੈਦ ਚੋਂ ਛੁਡਾਉਣਾ ਚਾਹੀਦਾ ਹੈ। सुन माता की आयस सारे। ਸੰਗਤ ਨੇ ਮਾਤਾ ਜੀ ਦੀ ਆਗਿਆ ਸੁਣੇ। सिखन जतन अनेक विचारे। ਸਿੱਖਾਂ ਨੇ ਕਈ ਤਰ੍ਹਾਂ ਯਤਨ ਵਿਚਾਰੇ, ਕਿਉਂਕਿ ਦਿੱਲੀ 'ਚ ਰਹਿੰਦੇ ਸੀ। ਕੋਈ ਮਾੜੀ ਮੋਟੀ ਤਾਂ ਉੱਥੇ ਸਰਕਾਰੀ ਦਰਬਾਰੇ ਚੱਲਦੀ ਹੋਵੇਗੀ। ਜਿਹੜੇ ਕੋਈ ਪੁਰਾਤਨ ਸਿੱਖ ਸਨ, सब इकट्ठे हुए तहां सिधारे। ਕੈਦਖਾਨਾ ਸੀ, ਉੱਥੇ ਸਿੱਖ ਗਏ ਇਕੱਠੇ ਹੋ ਕੇ। गए होते जे कैदी सारे। ਇੱਥੇ ਉਹ ਕੈਦੀ ਪਕੜੇ ਹੋਏ ਸਨ। ਉੱਥੇ ਜਾ ਕੇ ਕਿਸੇ ਇੱਕ ਮੁੱਲਾਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਆਖਿਆ ਵੀ ਇਹਦੀ ਜਗ੍ਹਾ ਤੇ ਕੋਈ ਦੂਜਾ ਬੰਦਾ ਦੇ ਜੋ, ਅਸੀਂ ਉਹਨੂੰ ਕਾਹਨ ਸਿੰਘ ਕਹਿ ਕੇ ਸ਼ਹੀਦ ਕਰ ਦਿਆਂਗੇ। ਪਰ ਕਿਸੇ ਇੱਕ ਸਿੱਖ ਨੂੰ ਇਹਦੀ ਜਗ੍ਹਾ ਤੇ ਦੇ ਜਾਓ ਤੇ ਅਸੀਂ ਉਹਨੂੰ ਪਕੜ ਲਾਂਗੇ, ਇਹਨੂੰ ਛੱਡ ਦਿਆਂਗੇ। ਉਹਨਾਂ ਵੇਲਿਆਂ 'ਚ ਇਦਾਂ ਦੀਆਂ ਰਵਾਇਤਾਂ ਹੁੰਦੀਆਂ ਸਨ ਕਿ ਜੇ ਕੋਈ ਇੱਕ ਗੁਨਾਹਗਾਰ ਹੁੰਦਾ ਸੀ ਤਾਂ ਅੰਗਰੇਜ਼ਾਂ ਦੇ ਸਮੇਂ ਤੱਕ ਵੀ ਇਹ ਨੀਤੀ ਰਹੀ ਹੈ
ਕਿ ਜੇ ਕਿਸੇ ਦੇ ਕੋਲੋਂ ਕੋਈ ਕਤਲ ਹੁੰਦਾ ਸੀ ਉਹਨੂੰ ਫਾਂਸੀ ਦੀ ਸਜ਼ਾ ਹੁੰਦੀ ਸੀ, ਬਕਾਇਦਾ ਉਹਦੇ ਪਰਿਵਾਰ ਵਿੱਚੋਂ ਫਿਰ ਕਿਸੇ ਦੂਜੇ ਦੀ ਜੀ ਨੂੰ ਦੇ ਕੇ ਵੀ ਇਹਨੂੰ ਫਾਂਸੀ ਚਾੜ ਦਿਓ, ਇਹਦੇ ਬਿਨਾਂ ਸਰਨਾ ਨਹੀਂ, ਇਹਨੂੰ ਛੱਡ ਦਿਓ, ਇਦਾਂ ਵੀ ਹੁੰਦਾ ਰਿਹਾ। ਤੋ ਉਹਨਾਂ ਵੇਲਿਆਂ ਵਿੱਚ ਵੀ ਸੀ ਇਹ ਨੀਤੀ। ਤੋ ਇਸ ਪ੍ਰਕਾਰ ਨਾਲ ਕਹਿੰਦੇ ਵੀ ਇੱਕ ਬੰਦਾ ਉਹਦੀ ਜਗ੍ਹਾ ਤੇ ਸਾਨੂੰ ਇੱਥੇ ਛੱਡਣਾ ਪਏਗਾ। ਤੋ ਸੰਗਤ ਉੱਥੇ ਗਈ, ਭਾਈ ਕਾਹਨ ਸਿੰਘ ਨੂੰ ਆਵਾਜ਼ ਮਾਰੀ, ਖਰੇ ਹੋਏ ਊਚੇ ਤੈਂ ਕਏ। ਆਵਾਜ਼ ਮਾਰੀ, ਭਾਈ ਤੁਹਾਡੇ ਚੋਂ ਕਾਹਨ ਸਿੰਘ ਕੌਣ ਹੈ? ਨਾਮ ਕਾਨ ਸਿੰਘ ਕਿਸ ਕੋ ਆਏ। ਇਸ ਦਾ ਨਾਂ ਕਾਹਨ ਸਿੰਘ ਹੈ। ਸੁਨ ਕਰ ਕਾਨ ਸਿੰਘ ਤੈ ਆਇਓ। ਭਾਈ ਕਾਹਨ ਸਿੰਘ ਜੀ ਸੁਣ ਕੇ ਉੱਥੇ ਆਏ। ਫਿਰਿਓ ਪੋਰ ਟਿਗ ਸਭਨ ਜਨਾਇਓ। ਉਹ ਦਰਵਾਜ਼ੇ ਦੇ ਉੱਤੇ ਖਲੋਤੇ ਹੋਏ ਵੇਖੇ। ਆਵਤ ਸਿੰਘਨ ਪਿਖਿਓ ਮੁਲਾਣਾ। ਹੁਣ ਇੱਕ ਮੁਲਾਣਾ ਸਿੰਘਾਂ ਵੱਲ ਸੀ, ਇੱਕ ਦੂਜਾ ਮੁਲਾਣਾ ਉਧਰੋਂ ਆ ਰਿਹਾ, ਉਹਨੇ ਕਿਤੇ ਸੁਣ ਲਿਆ, ਵੇਖ ਲਿਆ। ਮੁਖ ਦਬਾਏ ਗਏ ਗਾਡ ਮਾਨਾ। ਕਹਿੰਦੇ ਉਹਨੂੰ ਪਕੜ ਕੇ, ਜਿਹੜੀ ਸੰਗਤ ਗਈ ਸੀ ਉਹਨੇ ਮੁੱਲਾ ਨੂੰ ਪਕੜ ਕੇ ਉਹਦਾ ਮੂੰਹ ਘੁੱਟ ਲਿਆ। ਕਾਰਾਗ੍ਰਹਿ ਮੈਂ ਦਿਓ ਤਕਾਈ। ਤੇ ਕਹਿੰਦੇ ਉਹਨੂੰ ਪਕੜ ਕੇ ਉਹਨੂੰ ਕੁਝ ਲਾਲਚ ਲੋਭ ਦਿੱਤਾ ਔਰ ਉਹਨੂੰ ਆਪਣੇ ਵੱਲ ਕਰਕੇ ਇੱਕ ਸਿੱਖ ਜਿਹੜਾ ਸੀ ਭਾਈ ਕਾਹਨ ਸਿੰਘ ਜੀ ਦੀ ਜਗ੍ਹਾ ਤੇ ਕਾਰਾਗ੍ਰਹਿ ਵਿੱਚ ਛੱਡ ਕੇ ਭਾਈ ਕਾਹਨ ਸਿੰਘ ਜੀ ਉੱਤੇ ਪਰਦਾ ਪਾ ਕੇ ਗੁਪਤ ਰੂਪ ਦੇ ਵਿੱਚ ਉੱਥੋਂ ਕੱਢ ਲਿਆ। ਕਾਨ ਸਿੰਘ ਲੀਨਸ ਨਿਕਸਾਈ। ਔਰ ਭਾਈ ਕਾਹਨ ਸਿੰਘ ਜੀ ਨੂੰ ਲੈ ਆਏ ਕੱਢ ਕੇ। ਰਥ ਚੜਾਏ ਆਛਾਦਨ ਕੀਨ। ਉਹ ਏਦਾਂ ਵੀ ਦੱਸਦੇ ਐ ਵੀ ਇੱਕ ਮੁੱਲਾ ਜਿਹੜਾ ਰੋਲਾ ਪਾਣ ਲੱਗਾ, ਉਹਨੂੰ ਫੜ ਕੇ ਮੂੰਹ ਬੰਨ ਕੇ ਉਹਨੂੰ ਅੰਦਰ ਧੱਕ ਦਿੱਤਾ ਭਾਈ ਕਾਹਨ ਸਿੰਘ ਦੀ ਥਾਂ ਤੇ ਕਾਹਨ ਸਿੰਘ ਨੂੰ ਸਿੰਘ ਛਡਾ ਕੇ ਉੱਥੋਂ ਸੰਗਤ ਲੈ ਗਈ। ਉਹਦੀ ਜਗ੍ਹਾ ਤੇ ਮੁੱਲਾ ਧੱਕ ਦਿੱਤਾ ਅੰਦਰ, ਤੇ ਭਾਈ ਕਾਹਨ ਸਿੰਘ ਨੂੰ ਉੱਥੋਂ ਛਡਾ ਕੇ ਤੇ ਪਾਲਕੀ 'ਚ ਬਿਠਾ ਕੇ ਲੈ ਆਏ। ਤੂਰਨ ਤੋਰਿਆ ਗਾਰੀ ਦੀ। ਬੜੀ ਕਾਹਲੀ ਨਾਲ ਪਾਲਕੀ ਤੇ ਕੱਪੜਾ ਪਾ ਕੇ ਤੇ ਲੈ ਟੁਰੇ। ਦੋਏ ਸਿੱਖ ਚਲੇ ਸੰਗ ਮੈਂ। ਤੇ ਕਹਿੰਦੇ ਦੋ ਸਿੱਖ ਨਾਲ ਚੱਲ ਪਏ। ਬੂਝੇ ਉੱਤਰ ਦੇਤ ਬਤਾਏ। ਜੇ ਕੋਈ ਪੁੱਛਦਾ ਸੀ ਵੀ ਕੌਣ ਜਾ ਰਿਹਾ ਹੈ, ਨਰ ਵਿਸਾਲ ਕੀ ਵਿਚੈ ਦਾਰਾ। ਉੱਥੇ ਫਿਰ ਥੋੜਾ ਜਿਹਾ ਨੀਤੀ ਵਰਤਣੀ ਪਈ। ਉਹਨਾਂ ਨੇ ਦੱਸਿਆ, ਕਹਿੰਦੇ ਜੀ ਕੋਈ ਵਿਸ਼ਾਲ ਨਰ ਹੈ, ਉਹਦੀ ਧਰਮ ਸੁਪਤਨੀ ਹੈ ਡੋਲੀ ਵਿੱਚ। ਏਦਾਂ ਕਹਿੰਦੇ ਬੜੀ ਜੁਗਤੀ ਮੁਕਤੀ ਦੇ ਨਾਲ ਉੱਥੋਂ ਕੱਢਿਆ। ਇਮਲੇ ਗਮਨੇ ਸਭਨ ਮਝਾਰਾ। ਏਦਾਂ ਉਹਨਾਂ ਸਾਰਿਆਂ ਵਿੱਚੋਂ ਅੱਖੀ ਘੱਟਾ ਪਾ ਕੇ, ਅੱਖੀ ਘੱਟਾ ਮੁਖ ਵੀ ਡੱਟਾ ਬਿੜਬਿੜ ਤੱਕੇ ਬੋਲ ਨਾ ਸਕੇ, ਏਦਾਂ ਕਹਿੰਦੇ ਸਿੰਘ ਉੱਥੋਂ ਨਿਕਲ ਗਏ। ਗਨ ਸਿੱਖਨ ਕਰ ਮੈਂ ਲੈ ਗਏ। ਅੱਗੇ ਜਿਹੜੀ ਦਿੱਲੀ 'ਚ ਸੰਗਤ ਰਹਿੰਦੀ ਸੀ, ਸਿੱਖ ਰਹਿੰਦੇ ਸੀ, ਉਹਨਾਂ ਵੱਲੇ ਗਏ। ਕਾਨ ਸਿੰਘ ਤਵ ਬੂਝਤ ਪਏ। ਇੱਕ ਸਿੱਖ ਦੇ ਘਰ ਦੇ ਕੋਲ ਆਏ ਤੇ ਕਾਹਨ ਸਿੰਘ ਨੇ ਪੁੱਛਿਆ, ਭਾਈ ਕੌਣ ਆਇਆ ਹੈ? ਕੌਣ ਮੇਲ ਕੀ ਸੰਗਤ ਇਹਾਂ। ਕਿਹੜੇ ਮੇਲ ਦੀ ਸੰਗਤ ਆ ਭਾਈ, ਕੌਣ ਹੈ ਇੱਥੇ? ਸੁਨ ਸਾਥੀ ਨੇ ਉੱਤਰ ਕਹਾ। ਸਾਥੀ ਦੇ ਨਾਲ ਦੇ ਨੇ ਜਵਾਬ ਦਿੱਤਾ, ਰਾਜਾ ਰਾਮ ਮੇਲ ਕੀ ਸੰਗਤ। ਕਹਿੰਦੇ ਜੀ ਰਾਜਾ ਰਾਮ ਜੀ ਦੀ ਸੰਗਤ ਹੈ ਇੱਥੇ। ਇਹ ਰਾਜਾ ਰਾਮ ਮਾਤਾ ਸੁੰਦਰੀ ਜੀ ਦਾ ਸੇਵਾਦਾਰ ਸੀ। ਭਾਈ ਕਾਹਨ ਸਿੰਘ ਜੀ ਨੇ ਵੇਖਿਆ ਵੀ ਇਹਦੇ ਕੋਲ ਸਰਕਾਰੇ ਦਰਬਾਰੇ ਵੱਡਾ ਆਦਮੀ ਸੀ, ਵੀ ਸਰਕਾਰੇ ਦਰਬਾਰੇ ਸਿਪਾਹੀ ਆਉਂਦੇ ਜਾਂਦੇ ਰਹਿੰਦੇ, ਇੱਥੇ ਇਹਦੇ ਘਰ ਰਹਿਣਾ ਸੇਫ ਨਹੀਂ ਹੈ। ਤੋ ਉਸ ਵੇਲੇ ਭਾਈ ਕਾਹਨ ਸਿੰਘ ਜੀ ਨੇ ਬੋਲੇ, ਬੈਠਤ ਕਰ ਨਿਆਰੀ ਪੰਗਤ। ਭਾਈ ਇੱਥੋਂ ਅੱਗੇ ਲੈ ਚਲੋ, ਇੱਥੇ ਨਹੀਂ ਆਪਾਂ ਉਤਰ ਸਕਦੇ। ਕਾਹਨ ਸਿੰਘ ਕੈ ਨਹਿਨ ਉਤਾਰੋ। ਭਾਈ ਕਾਹਨ ਸਿੰਘ ਜੀ ਨੇ ਆਖਿਆ ਇੱਥੇ ਨਾ ਉਤਾਰੋ, ਇੱਥੋਂ ਅੱਗੇ ਲੈ ਚਲੋ। ਅਗਲੀ ਸੰਗਤ ਬਿਕੇ ਸਿਦਾਰੋ। ਅਗਲੀ ਸੰਗਤ ਕੋਈ ਸਿੱਖ ਦਾ ਘਰ ਹੋਵੇ, ਉੱਥੇ ਚੱਲ ਕੇ ਉਤਾਰੋ। ਛਾਦਿਓ ਸਿੰਧਨ ਆਗੇ ਚਲੇ। ਏਦਾਂ ਉਹ ਪਾਲਕੀ ਨੂੰ ਢੱਕ ਕੇ ਲੈ ਕੇ ਅੱਗੇ ਟੁਰ ਪਏ। ਗਏ ਦੁਤੀਜੈ ਸੰਗਤ ਭਲੇ। ਅੱਗੇ ਜਿਹੜਾ ਦੂਜੀ ਸੰਗਤ ਦਾ ਸਿੱਖ ਸੀ ਉੱਥੇ ਗਏ। ਇਨਕੇ ਕਰਨ ਉਤਾਰੇ ਜਾਏ। ਉੱਥੇ ਜਾ ਕੇ ਭਾਈ ਕਾਹਨ ਸਿੰਘ ਜੀ ਨੂੰ ਉਸ ਸਿੱਖ ਦੇ ਘਰ ਉਤਾਰਾ ਕਰਵਾਇਆ। ਇਮ ਬਾਬਾ ਸੋਲੀਨ ਬਚਾਏ। ਏਦਾਂ ਬਾਬਾ ਕਾਹਨ ਸਿੰਘ ਜੀ ਨੂੰ ਕਿਸੇ ਤਰੀਕੇ ਦਿੱਲੀ ਦੀ ਸੰਗਤ ਨੇ ਬੜੀ ਆਪਣੀ ਇੱਕ ਪ੍ਰਕਾਰ ਦੀ ਜਾਨ ਦੀ ਬਾਜੀ ਤੇ ਖੇਡ ਕੇ, ਉਹ ਇਸ ਵਾਸਤੇ ਵੀ ਇਹ ਪੰਥ ਦਾ ਜਰਨੈਲ ਹੈ ਤੇ ਪੰਥ ਦੀ ਸਾਂਝ ਵਿੱਚ ਅੱਗੇ ਯੋਗਦਾਨ ਪਾਵੇਗਾ। ਤੋ ਇਹੋ ਜਿਹੇ ਮਹਾਨ ਜਰਨੈਲ ਦਾ ਸ਼ਹੀਦ ਹੋਣਾ, ਉਹ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਛਡਾਣਾ ਚਾਹੁੰਦੇ, ਪਤਾ ਸੀ ਵੀ ਉਹਨਾਂ ਦਾ ਛੜੀਣਾ ਤਾਂ ਮੁਸ਼ਕਲ ਹੈ, ਹੋ ਹੀ ਨਹੀਂ ਸਕਣਾ, ਪਰ ਬਾਬਾ ਕਾਹਨ ਸਿੰਘ ਜੀ ਨੂੰ ਕਿਸੇ ਤਰੀਕੇ ਉੱਥੋਂ ਕੱਢਿਆ ਜਾ ਸਕਦਾ। ਉਹਦੇ ਵਿੱਚ ਸੰਗਤ ਕਾਮਯਾਬ ਹੋਈ। ਦਿਵਸੇ ਆਗਲੇ ਸ਼ਾਹ ਬੁਲਾਏ। ਉਧਰ ਅਗਲੇ ਦਿਨ ਬਾਦਸ਼ਾਹ ਨੇ
ਸਾਰੇ ਸਿੰਘਾਂ ਨੂੰ ਸੱਦ ਕੇ ਬੁਲਾ ਕੇ, ਜੀਤਕ ਸਿੰਘ ਕੈਦ ਮੈਂ ਜਿਹੜੇ ਆਏ, ਸਿੰਘ ਕੈਦ ਵਿੱਚ ਸਨ ਉਹਨਾਂ ਨਾਲ ਗੱਲ ਕਰਦਾ ਬਾਦਸ਼ਾਹ ਫਰਖਸ਼ੀਰ। ਆਨ ਕਰੇ ਜਬ ਸਿੰਘ ਅਗਾਰੀ, ਸਾਰੇ ਸਿੰਘ ਇਹਦੇ ਅੱਗੇ ਖੜੇ, ਬੇੜੀਆਂ ਪਾਈਆਂ ਹੋਈਆਂ ਨੇ। ਪੂਜੇ ਸਭ ਕੋ ਕੈ ਮਝਾਰੀ, ਫਰਖਸ਼ੀਰ ਪੁੱਛਦਾ ਸਾਰੇ ਸਿੰਘਾਂ ਨੂੰ ਆਵਾਜ਼ ਮਾਰ ਕੇ, ਬਾਜ ਸਿੰਘ ਵੱਡ ਜੋਧਾ ਕੋਨੇ, ਕਹਿੰਦਾ ਤੁਹਾਡੇ ਜੋ ਬਾਜ ਸਿੰਘ ਕਿਹੜਾ ਬੜਾ ਸੁਣਿਆ ਯੋਧਾ ਬਾਜ ਸਿੰਘ? ਇਹ ਬਾਜ ਸਿੰਘ ਉਹਨਾਂ ਪੰਜਾਂ ਸਿੰਘਾਂ ਚੋਂ ਇੱਕ ਸੀ ਜਿਹਨੂੰ ਕਲਗੀਧਰ ਪਾਤਸ਼ਾਹ ਜੀ ਨੇ ਥਾਪੜਾ ਦੇ ਕੇ ਭੇਜਿਆ ਸੀ ਨਾ ਬਾਬਾ ਬੰਦਾ ਸਿੰਘ ਬਹਾਦਰ ਨਾਲ। ਬਾਬਾ ਬਾਜ ਸਿੰਘ ਜੀ ਉਹ ਮਹਾਨ ਯੋਧੇ ਨੇ। ਸਰਹੰਦ ਫਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹਨਾਂ ਨੂੰ ਸਰਹੰਦ ਦਾ ਗਵਰਨਰ ਥਾਪਿਆ ਸੀ। ਤੋ ਬੜਾ ਯੋਧਾ ਸੀ ਬਾਜ ਸਿੰਘ, ਜਰਨੈਲ ਸੀ। ਕਲਗੀਧਰ ਦਾ ਥਾਪੜਾ ਇਹਨੂੰ ਵੀ ਮਿਲਿਆ। ਕਲਗੀਧਰ ਕੋਲੋਂ ਖੰਡੇ ਦੀ ਪੋਲ ਛਕੀ ਸੀ ਬਾਬਾ ਬਾਜ ਸਿੰਘ ਨੇ। ਤੇ ਜਿਹਨੇ 10ਵੇਂ ਪਾਤਸ਼ਾਹ ਦੇ ਹੱਥੋਂ ਪੋਲ ਛਕੀ ਹੋਵੇ ਸੂਰਮਾ ਹੀ ਹੋਵੇਗਾ ਨਾ। ਤੋ ਬਾਬਾ ਬਾਜ ਸਿੰਘ ਜੀ ਨੂੰ ਆਵਾਜ਼ ਮਾਰ ਕਹਿੰਦਾ, ਮੈਂ ਸੁਣਿਆ ਤੁਹਾਡੇ 'ਚ ਕੋਈ ਬਾਜ ਸਿੰਘ ਆ। ਬਾਜ ਕਹਿੰਦੇ ਬਾਜ ਵਾਂਗੂ ਫੁਰਤੀ ਆ ਉਹਦੇ 'ਚ, ਨਾ ਵੀ ਬਾਜ ਹੈ ਤੇ ਫੁਰਤੀ ਵੀ ਬਾਜ ਵਾਂਗੂ ਹੈ। ਕਰਕੇ ਜਦੋਂ ਦਿਖਾਵੋ ਤੋਨੇ, ਮੈਨੂੰ ਵੱਖਰਾ ਕਰਕੇ ਵਿਖਾਓ ਕਿਹੜਾ ਉਹ ਬਾਜ ਸਿੰਘ ਜਿਹੜਾ ਸਰਹੰਦ ਦਾ ਗਵਰਨਰ ਰਿਹਾ ਹੈ। ਭਇਓ ਪ੍ਰਤਕ ਸੁਨ ਕੇ ਤਤਕਾਲਾ, ਬਾਬਾ ਬਾਜ ਸਿੰਘ ਜੀ ਵੱਖਰੇ ਹੋ ਗਏ, ਕਹਿੰਦੇ ਮੈਂ ਖੜਾ ਬਾਦਸ਼ਾਹ, ਮੈਨੂੰ ਬਾਜ ਸਿੰਘ ਕਹਿੰਦੇ ਨੇ। ਬੋਲੇ ਉਤਰ ਕੇ ਧੀਰ ਬਿਸਾਲਾ, ਬੜੇ ਠਰਮੇ ਤੇ ਧੀਰਜ ਨਾਲ ਬੋਲੇ, ਮੈਂ ਹਾਂ ਬਾਜ ਸਿੰਘ। ਗੁਰ ਕੋ ਦਾਸ ਬਾਜ ਸਿੰਘ ਮੈਂ ਹੋ, ਮੈਂ ਗੁਰੂ ਕਲਗੀਧਰ ਦਾ ਸੇਵਾਦਾਰ 10ਵੇਂ ਪਾਤਸ਼ਾਹ ਦਾ ਸੇਵਕ ਹਾਂ। ਜੋ ਤੁਮ ਕਹੋ ਦਿਖਾਵਨ ਕੈ ਹੋ, ਦੱਸ ਕੀ ਵੇਖਣਾ, ਕੀ ਵੇਖਣਾ ਚਾਹੁੰਦਾ ਮੇਰੇ ਕੋਲੋਂ? ਜੋ ਕਹੇਗਾ ਵਿਖਾਵਾਂਗਾ। ਕਹੇ ਸ਼ਾਹ ਤੂੰ ਵੀਰ ਬਿਸਾਲਾ, ਬਾਦਸ਼ਾਹ ਕਹਿੰਦਾ ਮੈਂ ਸੁਣਿਆ ਵੀ ਤੂੰ ਬੜਾ ਯੋਧਾ ਹੈ, ਬਾਜ ਵਾਂਗੂ ਤੇਰੀ ਉਡਾਰੀ ਹੈ। ਕਰ ਪੀ ਸਕੇ ਕਿਨੇ ਇਸ ਕਾਲਾ, ਇਸ ਵੇਲੇ ਵੀ ਵਿਖਾ ਸਕਣਾ ਬਹਾਦਰੀ ਆਪਣੀ ਤੂੰ? ਤੈਨੂੰ ਬੰਨ ਕੇ ਰੱਖਿਆ, ਕਈ ਦਿਨਾਂ ਦਾ ਭੁੱਖਾ ਹੈ ਤੂੰ। ਤੂੰ ਸੁਣਿਆ ਬੜਾ ਬਹਾਦਰ ਹੈ, ਹੁਣ ਕੋਈ ਬਹਾਦਰੀ ਵਿਖਾ ਸਕਦਾ ਇਸ ਵੇਲੇ? ਹਾਂਜੀ। ਬਾਜ ਸਿੰਘ ਕੈ ਅਬੇ ਨਿਹਾਰੋ, ਬਾਜ ਸਿੰਘ ਕਹਿੰਦਾ ਬਾਦਸ਼ਾਹ ਵਿਖਾ ਦੇਾਂਗੇ, ਵੇਖਣ ਵਾਲਾ ਬਣ ਤੂੰ। ਤੇ ਅਸੀਂ ਬਹਾਦਰੀ ਵਿਖਾਉਣ ਨੂੰ ਤਿਆਰ ਆ, ਤੂੰ ਦੱਸ ਵੇਖਣੀ ਕਿਵੇਂ ਹੈ? ਮਮ ਪਗ ਤੇ ਬੇਰੀ ਨਿਰਵਾਰੋ, ਬਾਜ ਨੂੰ ਤੂੰ ਪਾਇਆ ਪਿੰਜਰੇ ਵਿੱਚ, ਤੇ ਪਿੰਜਰੇ 'ਚ ਪਾ ਕੇ ਕੀ ਬਹਾਦਰੀ ਵੇਖਣਾ? ਆ ਪਿੰਜਰਾ ਖੋਲ ਖਾਂ, ਦਰਅਸਲ ਤੈਨੂੰ ਵਿਖਾਈਏ ਆਪਣੀ ਬਹਾਦਰੀ ਕੀ ਹੁੰਦੀ ਹੈ। ਆ ਬੇੜੀਆਂ ਲਾ ਮੇਰੇ ਸਰੀਰ ਤੋਂ, ਇਹਨਾਂ ਪੈਰਾਂ ਵਿੱਚੋਂ ਹੱਥਾਂ ਵਿੱਚੋਂ। ਵੀਰ ਪਨੇ ਕੋ ਪਿਖੋ ਤਮਾਸ਼ਾ, ਫਿਰ ਵੇਖ ਵੀਰ ਪੁਣੇ ਦਾ ਤਮਾਸ਼ਾ ਕੀ ਹੁੰਦਾ, ਕੀ ਹੁੰਦੀ ਆ ਸੂਰਮਤਾਈ ਤੈਨੂੰ ਵਿਖਾਨੇ ਆ। ਲੜੇ ਕਿਤਕ ਮੈਂ ਕਰੂੰ ਬਿਨਾਸ਼ਾ, ਮੈਂ ਕਿਵੇਂ ਤੈਨੂੰ ਆਪਣੀ ਫੁਰਤੀ ਵਿਖਾਉਣਾ ਤੇ ਲੜ ਕੇ ਕਿਵੇਂ ਤੇਰੇ ਬੰਦਿਆਂ ਨੂੰ ਮਾਰਦਾ ਹਾਂ। ਹੁਕਮ ਸ਼ਾਹ ਦੇ ਨਿਗੜ ਨਿਕਾਰੀ, ਬਾਦਸ਼ਾਹ ਕਹਿੰਦਾ ਵਿਖਾਓ, ਇਹਦੀਆਂ ਪੈਰਾਂ ਚੋਂ ਕੱਢ ਦਿਓ ਬੇੜੀਆਂ। ਫਾਂਦੇ ਉਹ ਬਾਜ ਸਿੰਘ ਪੁਜ ਪਾਰੀ, ਕਹਿੰਦੇ ਹਲੇ ਹੱਥਾਂ ਵਿੱਚੋਂ ਹੀ ਬੇੜੀਆਂ ਖੋਲੀਆਂ, ਪੈਰਾਂ ਵਿੱਚੋਂ ਖੁੱਲੀਆਂ ਹੀ ਸਨ ਹਲੇ। ਇਹ ਇਹਨਾਂ ਨੂੰ ਫੁਰਤੀ ਜਿਵੇਂ ਬਾਜ ਹੁੰਦੀ ਨਾ ਝਪਟ, ਵਾਕਈ ਬਾਜ ਸਿੰਘ ਨੇ ਬਾਜ ਵਾਂਗੂ ਝਪਟ ਮਾਰੀ। ਕੜੇ ਹਾਥ ਕੇ ਸੋ ਪੁਜ ਭਾਰੇ, ਮੋਟੇ ਮੋਟੇ ਕੜੇ ਸਨ ਹੱਥਾਂ ਦੇ ਵਿੱਚ, ਬਾਹਾਂ ਵਿੱਚ ਭਾਰੇ। ਤੀਨ ਸਿਪਾਹੀ ਤਤ ਛਿਨ ਮਾਰੇ, ਕੜਿਆਂ ਨਾਲ ਹੀ 3-4 ਸਿਪਾਹੀ ਮਾਰ ਮੁਕਾਏ, ਕੜਿਆਂ ਨਾਲ ਹੀ 3-4 ਸਿਪਾਹੀ ਥੱਲੇ ਸੁੱਟ ਲੈ, ਤੇ ਇੱਕ ਸਿਪਾਹੀ ਦੀ ਤਲਵਾਰ ਧੂ ਕੇ ਬਾਦਸ਼ਾਹ ਵਾਲੇ ਪਾਸੇ ਵਧਿਆ। ਖਰੋ ਨਵਾਬ ਏਕ ਤੈ ਤਾੜਿਓ, ਉੱਥੇ ਲਾਗੇ ਇੱਕ ਨਵਾਬ ਖੜਾ, ਪਹਿਲਾਂ ਉਹਨੂੰ ਤਾੜਿਆ। ਹੱਥ ਉਠਾਏ ਨਹੀਂ ਕੁਛ ਮਾਰਿਓ, ਬਾਦਸ਼ਾਹ ਦੇ ਕੋਲ ਤੱਕ ਪਹੁੰਚੇ, ਇਹਨੇ ਨੂੰ ਫੜ ਲਿਆ, ਕਹਿੰਦੇ ਫੜੋ ਫੜੋ। ਇਹਨੇ ਨੂੰ ਬਾਬਾ ਬਾਜ ਸਿੰਘ ਜੀ ਫੜੇ ਗਏ। ਇਸ ਪ੍ਰਕਾਰ ਬਾਦਸ਼ਾਹ ਕਹਿੰਦਾ ਇਹ ਤਾਂ ਵਾਕਈ ਬਾਜ ਹੈ ਵੀ, ਇਹ ਤਾਂ ਜੇ ਨਾ ਫੜਿਆ ਜਾਂਦਾ ਹੁਣ ਤਾਂ ਹੀ ਤਾਂ ਮੇਰੀ ਧੌਣ ਵੀ ਲਾਹ ਕੇ ਇਹਨੇ ਸੁੱਟ ਦੇਣੀ ਸੀ ਜ਼ਮੀਨ ਤੇ। ਇਸ ਪ੍ਰਕਾਰ ਨਾਲ ਉਹ ਵੇਖ ਕੇ ਬੜਾ ਹੈਰਾਨ ਹੋਇਆ। ਪਿੱਖੀ ਚਲਾਕੀ ਸ਼ੇਰ ਮਨਿੰਦ, ਕਿਹਾ ਵੀ ਵਾਕਈ ਬੜਾ ਯੋਧਾ ਤੇ ਸੂਰਮਾ। ਗਹਿਵਾਇਓ ਕਰਕੇ ਨਰ ਬ੍ਰਿੰਦ, ਕਹਿੰਦੇ ਬੜੇ ਬੰਦੇ ਉਸੇ ਵੇਲੇ ਆਲੇ ਦੁਆਲੇ ਇੱਕਦਮ ਫੌਜਾਂ ਉੱਥੇ ਸੈਂਕੜੇ ਸਨ। ਤੂੰ ਪਕੜ ਲਿਆ ਬਾਜ ਸਿੰਘ, ਹਲੇ ਤਲਵਾਰ ਫੜ ਨਹੀਂ ਲੱਗਾ ਸੀ, ਕਿਸੇ ਦੀ ਕੱਢਣ ਹੀ ਲੱਗਾ ਸੀ, ਤੇ ਪਹਿਲਾਂ ਹੀ ਕਾਬੂ ਆ ਗਏ। ਸ਼ਾਹ ਪ੍ਰਸੰਨ ਹੋਏ ਛੁਟਵਾਇਓ, ਭਾਈ ਸਾਹਿਬ ਨੇ ਇੱਥੇ ਲਿਖਿਆ ਵੀ ਬਾਦਸ਼ਾਹ ਨੇ ਖੁਸ਼ ਹੋ ਕੇ ਬਾਜ ਸਿੰਘ ਨੂੰ ਰਿਹਾ ਕਰ ਦਿੱਤਾ। ਪਰ ਕੁਝ ਵਿਦਵਾਨ ਇਤਿਹਾਸਕਾਰ ਲਿਖਦੇ ਆ
ਕਿ ਭਾਈ ਬਾਜ ਸਿੰਘ ਨੂੰ ਗ੍ਰਿਫਤਾਰ ਕਰਕੇ ਮੁੜ ਕੇ ਉੱਥੇ ਸ਼ਹੀਦ ਕਰ ਦਿੱਤਾ ਗਿਆ। ਪਰ ਮਹਾਕਵੀ ਭਾਈ ਸਾਹਿਬ ਜੀ ਦੇ ਮੁਤਾਬਕ ਜਿਵੇਂ ਭਾਈ ਸਾਹਿਬ ਕੋਲੇ ਸੋਰਸ ਪਹੁੰਚਿਆ, ਉਹ ਕਹਿੰਦੇ ਬਾਦਸ਼ਾਹ ਇੰਨਾ ਖੁਸ਼ ਹੋਇਆ ਵੀ ਐਡਾ ਵੱਡਾ ਜਰਨੈਲ ਹੈ, ਯੋਧਾ, ਇਹਨੂੰ ਛੱਡ ਦਿਓ। ਕਹਿੰਦੇ ਏਦਾਂ ਕਹਿ ਕੇ ਤਿਆਗ ਦਿੱਤਾ। ਕਾਨ ਸਿੰਘ ਜੈ ਸਿੱਖ ਘਰ ਮਾਈ। ਹੁਣ ਇੱਧਰ ਬਾਬੇ ਕਾਨ ਸਿੰਘ ਬਾਰੇ ਸੁਣੋ ਕਿ ਜਿਹੜੇ ਕਿਸੇ ਸਿੱਖ ਦੇ ਘਰ ਉਤਰੇ ਹੋਏ ਸੀ। ਨੌਕਰ ਸੋ ਪਠਾਨ ਕੇ ਪਾਈ। ਜਿਹੜੇ ਸਿੱਖ ਦੇ ਘਰ ਉਤਰੇ ਹੋਏ ਸੀ, ਉਹ ਸਿੱਖ ਇੱਕ ਪਠਾਨ ਦਾ ਨੌਕਰ ਸੀ, ਨੌਕਰੀ ਕਰਦਾ ਸੀ, ਇੱਕ ਪਠਾਨ ਦੇ ਕੋਲ ਨੌਕਰੀ ਕਰਦਾ ਸੀ। ਲਿਖਿਓ ਪਰਗਨਾ ਤਾਏ ਅਜ਼ਾਰੇ। ਜਿਹੜਾ ਪਠਾਨ ਸੀ ਉਹ ਚੰਗੇ ਕਿਸੇ ਪਰਗਣੇ ਦਾ ਮਾਲਕ ਸੀ, ਉਹਦੇ ਕੋਲ ਸਰਕਾਰੀ ਮਾਫੀਨਾਮਾ ਸੀ ਪਰਗਣੇ ਦਾ। ਉਹਨੇ ਅੱਗੇ ਸਿੱਖ ਨੂੰ ਆਪਣੇ ਕੋਲ ਨੌਕਰ ਰੱਖਿਆ ਹੋਇਆ ਸੀ। ਤਿਸ ਆਗੇ ਸਿੱਖ ਕਾਰ ਸੁਧਾਰੇ। ਸਿੱਖ ਉਹਦੇ ਅੱਗੇ ਪਰਗਣੇ ਦੀਆਂ ਜਿਵੇਂ ਜ਼ਿੰਮੇਵਾਰੀਆਂ ਹੁੰਦੀਆਂ ਨੇ, ਕੰਮਕਾਰ ਹੁੰਦੇ ਆ, ਉਹ ਕੰਮ ਇਹ ਸਿੱਖ ਕਰਿਆ ਕਰਦਾ ਸੀ। ਦੇਤ ਚਾਕਰੀ ਆਤੇ ਉਠਾਈ। ਤੇ ਜਦੋਂ ਸਿੱਖ ਨੇ ਜਾ ਕੇ ਤਨਖਾਹ ਮੰਗਣੀ ਤੇ ਉਹਨੇ ਅੱਗੋਂ ਹੱਥ ਝਾੜ ਕੇ ਵਿਖਾ ਦੇਣੇ, ਤੇ ਅੱਗੋਂ ਹੱਥ ਸੰਕੋਚ ਲੈਣਾ, ਤੇ ਸਿੱਖ ਨੂੰ ਬੁਰਾ ਭਲਾ ਕਹਿਣਾ, ਕਹਿੰਦਾ ਜਾ ਚੱਲ ਜਾ, ਖਾਣ ਪੀਣ ਨੂੰ ਥੋੜੀ ਬਹੁਤੀ ਰਸਤ ਬਸ ਚਾਹੀਦੀ, ਲੈ ਜਾ। ਉਹ ਸਿੱਖ ਨੂੰ ਤਨਖਾਹ ਨਹੀਂ ਸੀ ਦਿੰਦਾ, ਪਰ ਛੱਡਣ ਵੀ ਨਹੀਂ ਸੀ ਦਿੰਦਾ, ਨੌਕਰੀ ਵੀ ਜ਼ਬਰਦਸਤੀ ਕਰਾਉਂਦਾ ਸੀ, ਧੱਕਾ ਕਰਦਾ ਸੀ ਪਠਾਨ। ਜਾਂ ਤੇ ਇੱਕ ਸਿੱਖ ਰਹਿਤ ਸਦਾਈ। ਉਹ ਸਿੱਖ ਬੜਾ ਦੁਖੀ ਰਹਿੰਦਾ ਸੀ ਵੀ ਦਿਨ ਰਾਤ ਉੱਥੇ ਮਰਦਾ ਆ, ਕੰਮ ਕਰਦਾ, ਤੇ ਤਨਖਾਹ ਵੀ ਨਹੀਂ ਦਿੰਦਾ, ਪੱਲੇ ਨਹੀਂ ਪਾਉਂਦਾ ਕੁਝ, ਤੇ ਕੀ ਕਰਾਂ, ਕਿਤੇ ਹੋਰ ਜਾ ਵੀ ਨਹੀਂ ਸਕਦਾ। ਉਹ ਸਿੱਖ ਬੜਾ ਦੁਖੀ ਸੀ। ਤੇ ਭਾਈ ਕਾਨ ਸਿੰਘ ਜੀ ਵੇਖੋ ਦੇਵਨੇਤ ਉਸੇ ਦੇ ਘਰ ਹੀ ਉਤਰੇ ਹੋਏ ਨੇ। ਸੁਨਤ ਬਿਰਤਾਂਤ ਕਾਨ ਸਿੰਘ ਕਹਿਓ। ਉਹ ਸਿੱਖ ਬੜਾ ਦੁਖੀ ਜਿਹਾ ਬੈਠਾ, ਤੇ ਬਾਬਾ ਕਾਨ ਸਿੰਘ ਜੀ ਕਹਿੰਦੇ ਸਿੱਖਾ ਵੀ ਦੁਖੀ ਕਿਉਂ ਹੈ? ਉਹਨੇ ਆਖਿਆ ਬਾਬਾ ਜੀ ਆਹ ਗੱਲ ਹੈ ਵੀ ਉਹ ਪਠਾਨ ਬੜਾ ਦੁਖੀ ਕਰਦਾ, ਤਨਖਾਹ ਨਹੀਂ ਦਿੰਦਾ ਮੈਨੂੰ। ਜਦੋਂ ਕੰਮ ਲੈਂਦਾ, ਦਿਨ ਰਾਤ ਕੰਮ ਲੈਂਦਾ, ਜਦੋਂ ਤਨਖਾਹ ਮੰਗਦਾ ਤੇ ਆਪਣਾ ਹੱਥ ਘੁੱਟ ਲੈਂਦਾ। ਲੈ ਦੇਵੋ ਤਨ ਜੇਤੋ ਚਿਓ। ਬਾਬਾ ਕਾਨ ਸਿੰਘ ਜੀ ਕਹਿੰਦੇ ਸਿੱਖਾ ਫਿਕਰ ਨਾ ਕਰ, ਜਿੰਨੇ ਪੈਸੇ ਤੇਰੇ ਹੁਣ ਤੱਕ ਦੇ ਬਣਦੇ ਨੇ ਜਦੋਂ ਦੀ ਨੌਕਰੀ ਕਰਦਾ, 1-1 ਰੁਪਈਆ ਹਿਸਾਬ ਕਿਤਾਬ ਲਿਖ ਦੇ, ਜਿੰਨੇ ਤੇਰੇ ਪੈਸੇ ਨੇ ਮੈਂ ਲੈ ਕੇ ਦਊਂ ਪਠਾਨ ਕੋਲੋਂ। ਹਾਂਜੀ। ਸਿੱਖ ਨੇ ਪਨਿਓ ਕਹੋ ਕਿਆ ਅਰਜ਼ੀ। ਸਿੱਖ ਕਹਿੰਦਾ ਮਹਾਰਾਜ ਕੀ ਕਹਿਣਾ, ਤੁਸੀਂ ਹੁਣ ਕਿਵੇਂ ਜਾਓਗੇ, ਇੱਥੇ ਕੈਦ ਵਿੱਚ ਹੋ, ਤੁਸੀਂ ਤਾਂ ਆਪ ਲੁੱਕੇ ਬੈਠੇ ਹੋ। ਕਹਿੰਦੇ ਫਿਕਰ ਨਾ ਕਰ, ਤੂੰ ਸਾਡਾ ਭਰਾ ਆ, ਗੁਰ ਭਾਈ ਆ, ਤੇ ਆਪਣੇ ਭਰਾ ਦਾ ਦੁੱਖ ਵੇਖ ਕੇ ਦੂਰ ਨਾ ਕਰੀਏ ਤੇ ਫਿਰ ਕਾਹਦੀ ਸਾਡੀ ਸੂਰਮਤਾਈ। ਹਾਂਜੀ। ਮੈਂ ਗਰਜ਼ੀ ਕਰੀਏ ਨਿਜ ਮਰਜ਼ੀ। ਕਹਿੰਦਾ ਚਲੋ ਮਹਾਰਾਜ ਜੇ ਤੁਸੀਂ ਕਹਿੰਦੇ ਹੋ, ਮੈਂ ਤਾਂ ਅੱਗੇ ਗਰਜਬੰਦ ਆ, ਤੁਸੀਂ ਆਪਣੀ ਮਰਜ਼ੀ ਕਰੋ। ਕਾਨ ਸਿੰਘ ਰੁਖਸਦ ਹੋਏ ਗਏ। ਬਾਬਾ ਕਾਨ ਸਿੰਘ ਜੀ ਨੇ ਭੇਸ ਬਦਲਿਆ, ਰੂਪ ਬਟਾਇਆ, ਔਰ ਚੱਲ ਕੇ ਉੱਥੋਂ ਸਿੱਖ ਦੇ ਘਰੋਂ ਟੁਰੇ। ਤਿਸੀ ਪਰਗ ਨੇ ਪ੍ਰਾਪਤ ਭਇਓ। ਜਿੱਥੇ ਉਹ ਪਠਾਨ ਦਾ ਪਰਗਣਾ ਸੀ ਨਾ, ਉਸੇ ਦੇ ਵੱਲ ਹੀ ਗਏ। ਵੇਖੋ ਹਾਲਾਂਕਿ ਕਿੰਨੀ ਮੁਸ਼ਕਲ ਦਾ ਸਮਾਂ ਸੀ, ਪਰ ਬਾਬਾ ਕਾਨ ਸਿੰਘ ਜੀ ਨੇ ਵੇਖਿਆ ਵੀ ਉੱਥੋਂ ਅੱਗੇ ਮਹਾਰਾਜ ਰਾਹ ਕੱਢ ਦੇਣਗੇ ਕੋਈ ਹੋਰ ਅੱਗੇ, ਪਹਿਲਾਂ ਸਿੱਖ ਦਾ ਕੰਮ ਕਰੀਏ, ਫਿਰ ਮੇਰਾ ਕਾਰਜ ਸਤਿਗੁਰੂ ਜੀ ਕਰ ਦੇਣਗੇ ਪੰਜਾਬ ਜਾਣ ਦਾ, ਕੋਈ ਨਾ ਕੋਈ ਵਿਉਂਤਬੰਦੀ ਬਣ ਜਾਏਗੀ। ਕਹਿੰਦੇ ਬਾਬਾ ਕਾਨ ਸਿੰਘ ਜੀ ਉਸੇ ਪਰਗਣੇ 'ਚ ਪਹੁੰਚੇ ਜਿੱਥੇ ਉਹ ਪਠਾਨ ਰਹਿੰਦਾ ਸੀ। ਖਾਨਪੁਰ ਟਿਗ ਉਤਰੇ ਜਾਏ। ਦਰਵਾਜ਼ੇ ਦੇ ਕੋਲ ਜਿਹੜੀ ਉਹਦੀ ਹਵੇਲੀ ਸੀ ਪਠਾਨ ਦੀ, ਉੱਥੇ ਉਤਰੇ ਤਾਂ ਕਿ ਆਪਣੀ ਘਾਤ ਲਗਾਏ। ਉੱਥੇ ਪਹਿਲਾਂ ਵਿਉਂਤਬੰਦੀ ਨਾਲ ਪੂਰਾ ਦਾ ਵੇਖਿਆ, ਫਿਰ ਕੇ 2-4 ਘੰਟੇ ਫਿਰਦੇ ਰਹੇ ਵੀ ਵੇਖੀਏ ਕੌਣ ਆਉਂਦਾ ਕੌਣ ਜਾਂਦਾ, ਕਿੰਨੀ ਕੁ ਫੌਜ ਹੈ, ਕਿੰਨੇ ਕੁ ਸਿਪਾਹੀ ਨੇ, ਕਿੰਨੇ ਕੁ ਹਥਿਆਰਬੰਦ ਨੇ। ਉਹ ਸਾਰੀ ਬਾਬਾ ਕਾਨ ਸਿੰਘ ਜੀ ਨੇ ਵੇਖੀ ਵਿਉਂਤਬੰਦੀ। ਘਰ ਵਿੱਚ ਤੇ ਨਿਕਸੀ ਇੱਕ ਦਾਸੀ। ਉਸ ਘਰ ਵਿੱਚੋਂ ਇੱਕ ਨੌਕਰ ਰਾਣੀ ਬਾਹਰ ਨਿਕਲ ਕੇ ਆਈ। ਬੂਜਨ ਕਰੀ ਲੋਕ ਜੇ ਪਾਸੀ। ਉਹਦੇ ਕੋਲੋਂ ਪੁੱਛਣ ਲੱਗੇ ਖਾਨ ਕੌਣ ਕਾਰਜ ਮੈਂ ਪਰੇ। ਕਹਿਣ ਲੱਗੇ ਬਾਬਾ ਜੀ, ਕਹਿਣ ਲੱਗੇ ਬੇਟਾ ਖਾਨ ਸਾਹਿਬ ਅੰਦਰ ਕੀ ਕਰਦੇ ਨੇ, ਮਿਲਣਾ ਚਾਹੁੰਦੇ, ਉਹਨਾਂ ਨਾਲ ਮੁਲਾਕਾਤ ਕਰਨੀ ਹੈ। ਕੀ ਕੰਮ ਕਰ ਰਹੇ ਨੇ ਖਾਨ ਸਾਹਿਬ ਅੰਦਰ? ਦਾਸੀ ਭਾਖਤ ਦਾਤਨ ਕਰੇ। ਉਹ ਅੱਗੋਂ ਬੋਲੀ, ਕਹਿੰਦੀ ਜੀ ਖਾਨ ਸਾਹਿਬ ਦਾਤਨ ਕਰ ਰਹੇ ਨੇ ਇਸ ਵੇਲੇ। ਅਪਰ ਨੀਰ ਕੀ ਨਸੇ ਅਨਵਾਵਨ। ਉਹਨਾਂ ਮੇਰੇ ਕੋਲੋਂ ਪਾਣੀ ਮੰਗਵਾਇਆ ਹੋਰ। ਚਾਹਤ ਪੁਨ ਤਿਸ ਤੇ ਨਾਵਨ। ਫਿਰ ਉਹ ਇਸ਼ਨਾਨ ਪਾਨ ਕਰਨਾ ਚਾਹੁੰਦੇ ਹਨ। ਕਾਨ ਸਿੰਘ ਲੱਖ ਘਾਤੀ ਭਲੇ। ਕਾਨ ਸਿੰਘ ਨੇ ਵੇਖਿਆ ਵੀ ਇਹ ਮੌਕਾ ਵਧੀਆ, ਇਸ਼ਨਾਨ ਪਾਨ ਤਾਂ ਕੱਲਾ ਤੋਂ ਕੱਲਾ ਹੀ ਪਾਸੇ ਕਰਦਾ ਹੋਊ,
ਸਿਪਾਹੀ ਵੀ ਦੂਰ ਹੋਣਗੇ ਵੀ ਇਹ ਮੌਕਾ ਪੂਰਾ ਵਧੀਆ ਹੈ। ਦਾਸੀ ਸਾਤ ਅੰਤਰੇ ਚਲੇ। ਕਹਿਣ ਲੱਗਾ ਲਿਆ ਪੁੱਤਰੀਏ ਪਾਣੀ ਦੀ ਬਾਲਟੀ ਮੈਂ ਤੇਰੇ ਨਾਲ ਭਰ ਕੇ ਲੈ ਚੱਲਣਾ ਅੰਦਰ। ਉਹ ਦਾਸੀ ਦੇ ਨਾਲ ਨਾਲੇ ਖਾਨ ਸਾਹਿਬ ਨਾਲ ਮੇਰਾ ਬੜਾ ਪ੍ਰੇਮ ਹੈ, ਉਹਨਾਂ ਨੂੰ ਮਿਲ ਗਿਲ ਲਵਾਂਗੇ। ਕਹਿੰਦੇ ਦਾਸੀ ਦੇ ਨਾਲ ਬਾਬਾ ਕਾਹਨ ਸਿੰਘ ਜੀ ਅੰਦਰ ਗਏ। ਪਹੁੰਚੇ ਨਿਕਟ ਕਾਕੀ ਹੇਰਾ। ਅੱਗੇ ਵੇਖਿਆ ਉਹ ਮਲੇਛ ਕੱਲਾ ਹੀ ਸੀ। ਬਲ ਤੇ ਪਕੜ ਤਰੇ ਸੋ ਗੇਰਾ। ਬਾਬਾ ਕਾਹਨ ਸਿੰਘ ਨੇ ਫੁਰਤੀ ਸ਼ੇਰ ਵਾਂਗੂ ਵਿਖਾਈ, ਮਾਰ ਕੇ ਝਪਟ ਪਠਾਨ ਜ਼ਮੀਨ ਤੇ ਥੱਲੇ ਸੁੱਟ ਲਿਆ। ਤੁਰਤ ਖਾਨ ਕੀ ਛਾਤੀ ਚੜੇ। ਛਾਤੀ ਤੇ ਬਹਿ ਕੇ ਕਟਾਰ ਕੱਢ ਕੇ ਉਹਦੀ ਗਰਦਨ ਦੀ ਜਿਹੜੀ ਆ ਥੱਲੜੇ ਪਾਸੇ ਘੰਡੀ ਹੁੰਦੀ ਇੱਥੇ ਰੱਖ ਲਈ। ਕਟਾਰ ਉਹਦੀ ਗਰਦਨ ਦੇ ਉੱਤੇ ਰੱਖ ਲਈ, ਛਾਤੀ ਤੇ ਬਹਿ ਗਏ। ਤੀਖਨ ਕਰ ਕਟਾਰ ਕੋ ਕੜੇ। ਬੜੀ ਤਿੱਖੀ ਕਟਾਰ ਸੀ, ਉਹ ਕੱਢ ਕੇ ਧੌਣ ਤੇ ਰੱਖ ਲਈ। ਅਨੀ ਉਦਰ ਕੇ ਸਾਥ ਲਗਾਈ। ਤੇ ਕਹਿੰਦੇ ਉਸ ਵੇਲੇ ਉਹਦੀ ਚੁੰਝ ਲਾ ਦਿੱਤੀ ਉਹਦੇ ਤਨ ਤੇ। ਧਾਏ ਲੋਕ ਆਏ ਸਮੁਦਾਈ। ਇਹਨੇ ਨੂੰ ਉਹਦੇ ਸਿਪਾਹੀ ਭੱਜੇ ਭੱਜੇ ਆਏ ਜਿਹੜੇ ਲੋਕ ਸਨ। ਨਗਨ ਕਿਰਪਾਨ ਮਾਰਨੋ ਚਾਹੀ। ਉਹਨਾਂ ਦੇ ਹੱਥਾਂ 'ਚ ਨੰਗੀਆਂ ਤਲਵਾਰਾਂ ਤੇ ਭਾਈ ਕਾਹਨ ਸਿੰਘ ਨੂੰ ਮਾਰਨ ਲਈ ਆਏ ਦੌੜ ਕੇ। ਕਾਹਨ ਸਿੰਘ ਤਵ ਸਭ ਕੋ ਕਹੇ। ਕਾਹਨ ਸਿੰਘ ਨੇ ਪਹਿਲਾਂ ਹੀ ਆਵਾਜ਼ ਮਾਰ ਕੇ ਕਹਿ ਦਿੱਤਾ, ਉਹ ਠਹਿਰ ਜੋ ਵੱਡੇ ਯੋਧਿਓ, ਮੁਝ ਪਰ ਵਾਰ ਕਰੋ ਤੁਮ ਜਬੇ। ਤੇਰੇ ਤੇ ਵਾਰ ਤੁਸੀਂ ਜਦੋਂ ਕਰੋਗੇ। ਖਾਨ ਪ੍ਰਾਨ ਆਨੋ ਮੈਂ ਤਬੇ। ਉਹਦਾ ਤੁਸੀਂ ਕਦੋਂ ਕਰਨਾ, ਉਹਦੇ ਤੋਂ ਪਹਿਲਾਂ ਤੁਹਾਡੇ ਇਸ ਪਠਾਨ ਦੇ ਪ੍ਰਾਣ ਮੈਂ ਕੱਢ ਕੇ ਉਡਨ ਪਖੇਰੂ ਕਰ ਦੇਣੇ ਆ। ਜੇ ਹੀ ਮਰ ਗਿਆ ਤੇ ਮੈਨੂੰ ਮਾਰਨ ਤੋਂ ਬਾਅਦ ਤੁਹਾਨੂੰ ਕੀ ਲੱਭ ਜਾਣਾ। ਕਹਿੰਦੇ ਤੁਸੀਂ ਜਦੋਂ ਤਾਈਂ ਮੈਨੂੰ ਮਾਰਨਾ, ਉਹਦੇ ਤੋਂ ਪਹਿਲਾਂ ਮੈਂ ਇਹਦਾ ਸੋਹਲਾ ਪੜ ਦੇਣਾ ਹੈ। ਸੁਨ ਪਠਾਨ ਨੇ ਸਕਲ ਹਟਾਏ। ਪਠਾਨ ਥੱਲਿਓ ਇਸ਼ਾਰਾ ਕਰਿਓ, ਪਰੇ ਹੋ ਜਾਓ, ਨਾ ਆਇਓ ਨੇੜੇ, ਬੜੀ ਬੁਰੀ ਬਲਾ ਜੇ। ਉਹਨੇ ਇਸ਼ਾਰਾ ਕੀਤਾ, ਦੂਰ ਕਰ ਦਿੱਤਾ ਆਪਣੇ ਸਿਪਾਹੀਆਂ ਨੂੰ। ਬੂਝੇ ਕੌਣ ਕਾਜ ਤੁਮ ਆਏ। ਪਠਾਨ ਆਖਿਓ ਮਹਾਰਾਜ ਤੁਸੀਂ ਹੈ ਕੌਣ, ਮੈਂ ਤਾਂ ਤੁਹਾਨੂੰ ਵੇਖਿਆ ਨਹੀਂ ਕਦੇ, ਮੈਂ ਤਾਂ ਤੁਹਾਡਾ ਕੁਝ ਵਿਗਾੜਿਆ ਨਹੀਂ ਕਦੇ, ਤੁਸੀਂ ਹੈ ਕੌਣ। ਬਾਬੇ ਕਹਿਓ ਸਿੱਖ ਜੋ ਅਮਕੋ। ਕਹਿਣ ਲੱਗੇ ਬਾਬਾ ਜੀ ਕਾਹਨ ਸਿੰਘ ਜੀ ਕਹਿੰਦੇ ਅਸੀਂ ਉਹ ਸਿੱਖ ਜਿਹੜਾ ਤੇਰਾ ਕਰਿੰਦਾ, ਜਿਹਨੂੰ ਤੂੰ ਤਨਖਾਹ ਨਹੀਂ ਦਿੱਤੀ ਕਈ ਮਹੀਨਿਆਂ ਤੋਂ, ਉਹਦਾ ਹੱਕ ਮਾਰ ਕੇ ਬੈਠਾ, ਕੰਮ ਉਹਦੇ ਕੋਲ ਲੈਣਾ ਦਿਨ ਰਾਤ। ਮੈਂ ਉਹਦਾ ਭਰਾ ਹਾਂ, ਉਹ ਮੇਰਾ ਗੁਰ ਭਾਈ ਹੈ। ਚਾਕਰ ਕਾਜ ਕਰੇ ਨਿਤ ਤੁਮ ਕੋ। ਤੇਰੀ ਚਾਕਰੀ ਕਰਦਾ ਤੇ ਮਲੇਛਾ ਤੇਰਾ ਹੱਕ ਨਹੀਂ ਬਣਦਾ ਉਹਦੀ ਤਨਖਾਹ ਦੇਣੀ। ਜਿਹੜਾ ਉਹਦਾ ਹੱਕ ਬਣਦਾ ਉਹ ਤਨਖਾਹ ਦੇਣ ਵੇਲੇ ਤੂੰ ਆਪਣਾ ਹੱਥ ਘੁੱਟ ਲੈਣਾ, ਜਦੋਂ ਕੰਮ ਲੈਣਾ ਹੋਵੇ ਖੱਚਰਾਂ ਵਾਂਗੂ ਲੈਣਾ। ਦਈ ਚਾਕਰੀ ਹੱਥ ਉਠਾਈ। ਚਾਕਰੀ ਦੇਣ ਵੇਲੇ ਆਪਣਾ ਹੱਥ ਘੁੱਟ ਲੈਣਾ। ਗੁਜ਼ਰ ਤੰਗ ਤਿਸ ਕੀ ਓਏ ਆਈ। ਉਹ ਸਿੱਖ ਦੇ ਘਰ ਰੋਟੀ ਪੱਕਣੀ ਵੀ ਔਖੀ ਹੈ, ਕਿਉਂਕਿ ਬਾਬਾ ਜੀ ਵੇਖ ਕੇ ਆਏ ਉਹਦੇ ਘਰ, ਸਾਰੇ ਹਾਲਾਤ ਵੇਖ ਕੇ ਆਏ ਵੀ ਉਹਦੇ ਘਰ ਦੀ ਰੋਟੀ ਪੱਕਣੀ ਵੀ ਮੁਸ਼ਕਲ ਹੈ। ਤਿਸ ਕੋ ਦਰਬ ਦੀਜੀਏ ਸਾਰਾ। ਉਹਦਾ ਇੱਕ ਇੱਕ ਰੁਪਈਆ ਜਿਹੜਾ ਹਿਸਾਬ ਕਿਤਾਬ ਆ ਪਹਿਲਾਂ ਇੱਥੇ ਹਾਜ਼ਰ ਕਰ ਮੇਰੇ ਕੋਲ। ਹਾਂਜੀ, ਕਰ ਕਾਰਜ ਲਿਓ ਪ੍ਰਾਨ ਉਬਾਰਾ। ਇਹ ਕੰਮ ਕਰਕੇ ਆਪਣੇ ਪ੍ਰਾਣ ਬਚਾ ਲੈ। ਸੁਨ ਪਠਾਨ ਤਨ ਤੁਰਤ ਮੰਗਾਇਓ। ਮੁੜ ਕੇ ਪਠਾਨ ਨੇ ਸਾਰੇ ਪੈਸੇ ਮੰਗਾਏ। ਕਾਹਨ ਸਿੰਘ ਪੁਨ ਬਾਕੇ ਅਲਾਇਓ। ਕਾਹਨ ਸਿੰਘ ਨੇ ਉਹ ਪੈਸੇ ਲੈ ਲਏ। ਦਗਾ ਨ ਕਰ ਦਿਓ ਬੀਚ ਕੁਰਾਨ। ਕਹਿੰਦੇ ਹੁਣ ਪਠਾਨ ਇੱਕ ਕੰਮ ਹੋਰ ਕਰ, ਮੈਂ ਸੁਣਿਆ ਵੀ ਪਠਾਨ ਜ਼ੁਬਾਨ ਦੇ ਪੱਕੇ ਹੁੰਦੇ ਆ। ਕਹਿੰਦਾ ਜੀ ਹਾਂ ਮੈਂ ਪੱਕਾ ਹੋਵਾਂਗਾ ਜ਼ੁਬਾਨ ਦਾ। ਫਿਰ ਕੁਰਾਨ ਦੀ ਕਸਮ ਖਾ ਜੇ ਜ਼ੁਬਾਨ ਦਾ ਪੱਕਾ ਹੁੰਨਾ। ਪਠਾਨ ਪੱਕੇ ਮੰਨੇ ਜਾਂਦੇ ਆ ਜ਼ੁਬਾਨ ਦੇ, ਤੇ ਕੁਰਾਨ ਦੀ ਕਸਮ ਵਿੱਚ ਕਰ। ਇਕ ਰਤ ਦੀਜੇ ਹਨ ਮਹਾਨ। ਇਹ ਪੈਸੇ ਉਸ ਸਿੱਖ ਦੇ ਘਰ ਪਹੁੰਚਦੇ ਕਰਨੇ, ਤੇ ਮੈਨੂੰ ਇੱਕ ਰੱਥ ਚਾਹੀਦੀ ਹੈ। ਬਿਤ ਸੁਤ ਮੁਝ ਕੋ ਬੀਚ ਬਿਠਾਏ। ਇਹਦੇ ਵਿੱਚ ਗਰੰਟੀ ਵਜੋਂ ਮੈਂ ਤੇਰੇ ਪੁੱਤਰ ਨੂੰ ਲੈ ਕੇ ਜਾਣਾ ਨਾਲ, ਉਹਨੂੰ ਰੱਥ ਦੇ ਵਿੱਚ ਨਾਲ ਲੈ ਕੇ ਜਾਣਾ ਤੇਰੇ ਪੁੱਤ ਨੂੰ, ਵੀ ਕਿਤੇ ਐਸਾ ਨਾ ਹੋਵੇ ਕਿ ਤੂੰ ਕੋਈ ਖਰਾਬੀ ਕਰੇ। ਤੇਰੇ ਪੁੱਤ ਨੂੰ ਮੈਂ ਆਪਣੇ ਟਿਕਾਣੇ ਪਹੁੰਚ ਕੇ ਵਾਪਸ ਭੇਜ ਦਿਆਂਗਾ। ਅਪਰ ਰਾਜ ਮੈਂ ਦਿਓ ਪਹੁੰਚਾਏ। ਮੈਨੂੰ ਇਸ ਰਿਆਸਤ ਵਿੱਚੋਂ ਦਿੱਲੀ ਚੋਂ ਬਾਹਰ ਕੱਢ ਕੇ ਕਿਤੇ ਪਹੁੰਚਾਣਾ। ਸੁਨਤ ਖਾਨ ਡਰ ਕੋ ਬੋ ਮਾਨਾ। ਸੁਣ ਕੇ ਉਹ ਖਾਨ ਡਰਿਆ ਵੀ ਹੋਇਆ, ਫਿਰ ਉਹਨੇ ਕੁਰਾਨੇ ਪਾਕ ਦੀ ਕਸਮ ਖਾ ਕੇ ਪ੍ਰਣ ਕੀਤਾ। ਕਰਿਓ ਤਥਾ ਸ਼ੁਭ ਜਥਾ ਬਖਾਨਾ। ਜਿਵੇਂ ਬਾਬਾ ਕਾਹਨ ਸਿੰਘ ਜੀ ਨੂੰ ਕਿਹਾ ਉਸੇ
ਉਸੇ ਤਰ੍ਹਾਂ ਇਹਨੇ ਕੀਤਾ। ਪਹੁੰਚੇ ਜਬੇ ਰਾਜ ਰੱਥ ਬੇਗਾਨੇ। ਤੇ ਸਵਾਰ ਹੋਏ, ਇਹਦੇ ਲੜਕੇ ਨੂੰ ਨਾਲ ਲੈ ਲਿਆ। ਉਹਨੂੰ ਕਿਹਾ ਨਹੀਂ ਕੁਝ, ਬੜੇ ਪ੍ਰੇਮ ਨਾਲ ਉਹਨੂੰ ਨਾਲ ਲੈ ਕੇ ਬਾਬਾ ਕਾਹਨ ਸਿੰਘ ਜੀ ਗਏ। ਇਹਦੇ ਰਾਜ ਚੋਂ ਨਿਕਲ ਕੇ ਦਿੱਲੀ ਤੋਂ ਦੂਰ ਚਲੇ ਗਏ। ਬਿਤਲੇ ਸੁਤ ਰਥ ਦੀਸ ਜਾਣੇ। ਔਰ ਉਹ ਧਨ ਕਿਸੇ ਤਰੀਕੇ ਸਿੱਖ ਦੇ ਘਰ ਪਹੁੰਚਦਾ ਕਰਕੇ ਉਹ ਰੱਥ ਤੇ ਇਹਦੇ ਲੜਕੇ ਨੂੰ ਵਾਪਸ ਤੋਰ ਦਿੱਤਾ। ਸਿੱਖ ਕੋ ਦਿਓ ਦਰਬ ਤਵ ਸਾਰਾ। ਪੈਸੇ ਸਿੱਖ ਨੂੰ ਦੇ ਦਿੱਤੇ ਸਾਰੇ, ਤੇ ਸਿੱਖ ਨੂੰ ਕਿਹਾ ਵੀ ਹੁਣ ਤੂੰ ਦਿੱਲੀੋਂ ਇਧਰ ਪੰਜਾਬ ਵਾਲੇ ਪਾਸੇ ਕਿਤੇ ਚਲਾ ਜਾ, ਕਿਉਂਕਿ ਤੇਰਾ ਉੱਥੇ ਰਹਿਣਾ ਮੁਸ਼ਕਲ ਹੋ ਸਕਦਾ। ਉਹ ਸਿੱਖ ਨੂੰ ਵੀ ਉੱਥੋਂ ਪਾਸੇ ਕਰ ਲਿਆ। ਆਪ ਸੁਦਾਸਰ ਔਰ ਪਦਾਰਾ। ਆਪ ਬਾਬਾ ਕਾਹਨ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਰਹੇ, ਉੱਥੇ ਸੇਵਾ ਟਹਿਲ ਕਰਦੇ ਰਹੇ। ਇਮ ਤੀਨੋਂ ਜੀਵਤ ਹੀ ਛੁਟੇ। ਇਦਾਂ ਬਾਬਾ ਬਿਲੋਦ ਸਿੰਘ ਜੀ, ਬਾਬਾ ਬਾਜ ਸਿੰਘ ਜੀ ਔਰ ਬਾਬਾ ਕਾਹਨ ਸਿੰਘ ਜੀ ਉਹ ਕੇਵਲ ਬਚੇ 740 ਚੋਂ। ਪਕਰੇ ਅਪਰ ਸਬਨ ਸਿਰ ਕਟੇ। ਬਾਕੀ ਸਾਰੇ ਸਿੰਘ ਪਕੜ ਕੇ ਦਿੱਲੀ ਵਿਖੇ ਸ਼ਹੀਦ ਕਰ ਦਿੱਤੇ ਗਏ। ਬਾਬਾ ਬੰਦਾ ਸਿੰਘ ਬਹਾਦਰ ਦੀ ਵੀ ਸ਼ਹੀਦੀ ਹੋਈ, ਲਸਾਨੀ ਸ਼ਹੀਦੀ ਹੋਈ। ਪਰ ਰੌਲਾ ਪੈ ਗਿਆ। ਕਿਸੇ ਆਖਿਆ, ਮਾਤਾ ਸੁੰਦਰੀ ਜੀ ਨੇ ਬਚਨ ਲਿਖੇ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਚਿੱਠੀ ਲਿਖੀ ਮਾਤਾ ਜੀ ਨੂੰ। ਮਾਤਾ ਜੀ, ਪੰਥ में गोगा है कि बंदा बदे मुक्त होए गया है। ਭਾਈ ਮਨੀ ਸਿੰਘ ਜੀ ਨੇ ਮਾਤਾ ਜੀ ਨੂੰ ਕਿ ਪੰਥ में गोगा ਦਾ ਮਤਲਬ ਹੁੰਦਾ ਰੌਲਾ। ਪੰਥ में गोगा है ਕਿ ਬੰਦਾ ਬਦੇ ਮੁਕਤ ਹੋਏ ਗਿਆ ਹੈ, ਕਿ ਬਾਬਾ ਬੰਦਾ ਸਿੰਘ ਜੀ ਬਦੇ ਮੁਕਤ ਹੋ ਗਏ ਨੇ, ਉਹਨਾਂ ਦਾ ਸਰੀਰ ਅਲੋਪ ਹੋ ਗਿਆ। ਤੋਂ ਉਸ ਤੋਂ ਬਾਅਦ ਫਿਰ ਉਹਨਾਂ ਦੀ ਅੱਗੇ ਗੱਦੀ ਵੀ ਹੁਣ ਤਾਈਂ ਜੰਮੂ ਦੇ ਇਲਾਕੇ 'ਚ ਚੱਲਦੀ, ਉਹਨਾਂ ਦੀ ਇਹੀ ਮਾਨਤਾ ਹੈ। ਪਰ ਬਾਬਾ ਜੀ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਐਸੇ ਮਹਾਨ ਜਰਨੈਲ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਹੈ, ਨਮਸਕਾਰ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ, ਇਸ ਪਾਵਨ ਅੰਮ੍ਰਿਤਮਈ ਕਥਾ ਦੀ ਜੋ ਆਰੰਭਤਾ ਸੀ ਆਪਾਂ 2016 ਚ ਕੀਤੀ ਸੀ। ਗੁਰੂ ਸਾਹਿਬ ਦੀ ਦਇਆ ਮਾਇਆ ਨਾਲ, ਕਿਰਪਾ ਨਾਲ, ਮੇਰੇ ਖਿਆਲ ਇਹਨਾਂ ਦਿਨਾਂ ਦੇ ਵਿੱਚ ਹੀ ਇਹ ਕਥਾ ਆਰੰਭ ਹੋਈ ਸੀ। ਤਕਰੀਬਨ 5 ਸਾਲ ਹੋ ਗਏ ਨੇ। ਇਹ ਕਥਾ ਦੀ ਸਮਾਪਤੀ ਗੁਰੂ ਸਾਹਿਬ ਦੇ ਤਰਸ ਨਾਲ ਹੋਣ ਲੱਗੀ, ਸਤਿਗੁਰਾਂ ਦੀ ਦਇਆ ਨਾਲ ਹੋਣ ਲੱਗੀ। ਸਾਡਾ ਕੋਈ ਜ਼ੋਰ ਨਹੀਂ ਸੀ, ਨਾ ਕਰਨ ਵਾਲਿਆਂ ਵਿੱਚ ਜ਼ੋਰ ਹੈ, ਨਾ ਸੁਣਨ ਵਾਲਿਆਂ ਵਿੱਚ। ਗੁਰੂ ਸਾਹਿਬ ਦੀ ਵਡਿਆਈ ਗੁਰੂ ਸਾਹਿਬ ਨੇ ਆਪ ਕਰਾਈ ਹੈ। 9 ਜੂਨ ਨੂੰ ਦਿਨ ਬੁੱਧਵਾਰ ਨੂੰ ਸ਼ਾਮ ਨੂੰ ਇਸੇ ਸਮੇਂ 5:15 ਤੋਂ 6:15 ਵਜੇ ਤੱਕ ਇਹ ਕਥਾ ਦੇ ਸਮਾਪਤੀ ਕਰਾਂਗੇ, ਕਥਾ ਦਾ ਭੋਗ ਪਾਵਾਂਗੇ। ਉਪਰੰਤ ਪੰਥ ਪ੍ਰਕਾਸ਼ ਦੀ ਕਥਾ ਪ੍ਰਾਰੰਭ ਕਰਾਂਗੇ। ਤੋ ਸੰਗਤਾਂ ਨੂੰ ਬੇਨਤੀ ਹੈ ਕਿ ਕਥਾ ਦੀ ਸਮਾਪਤੀ ਦੇ ਯੱਗ ਦੇ ਵਿੱਚ ਸੰਗਤਾਂ ਵੱਧ ਚੜ ਕੇ ਹਾਜ਼ਰੀਆਂ ਭਰੋ। ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਬਚਨ ਨੇ, ਸਾਰੋ ਜੋ ਨਾ ਸੁਣਿਓ ਜਾਏ ਆਏ ਸੁਣੈ ਭੋਗ ਕੋ। ਜੇ ਸਾਰੀ ਮਹਿਮਾ ਨਾ ਸੁਣੀ ਗਈ ਹੋਵੇ, ਵਿੱਚ ਕਈ ਵਾਰੀ ਨਾਗੇ ਹੁੰਦੇ ਪੈ ਜਾਂਦੇ, ਤੇ ਜਦੋਂ ਕੋਈ ਭੋਗ ਵਾਲੇ ਦਿਨ ਹਾਜ਼ਰੀ ਭਰ ਕੇ ਕਥਾ ਦੀ ਜਾਂ ਖੰਡ ਪਾਠ ਦੇ ਭੋਗ ਵੇਲੇ ਸਮੇਂ ਹਾਜ਼ਰੀ ਭਰ ਲਵੇ ਕਥਾ ਦੇ ਭੋਗ ਵੇਲੇ, ਤਾਂ ਉਹਨਾਂ ਨੂੰ ਸਾਰੀ ਕਥਾ ਸੁਣਨ ਦਾ ਮਹਾਤਮ ਪ੍ਰਾਪਤ ਹੋ ਜਾਂਦਾ ਹੈ। ਤੋ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਔਰ 9ਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਇਹ ਬੇਨਤੀ ਸਾਰੀ ਸੰਗਤ ਨੇ ਪ੍ਰਵਾਨ ਕਰਨੀ ਜੀ। ਵਿਸਰ ਨਾਹੀਂ ਦਾਤਾਰ, 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 ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਓ, ਆਪਣਾ ਨਾਮ ਦੇਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਏਓ, ਨਾਨਕ ਚਾਓ ਏਓ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ, ਗੋਬਿੰਦ ਹੈ ਗੁਣ ਨਿਧਾਨ, ਜਾਂ ਕੀ ਸਦਾ ਬਬੇਕ, ਪਰੰਪਰ ਹਰ ਹਰੇ, ਹੈ ਪੀਓ ਅਣਹਾਰ, ਸੰਤ ਕੈ ਸਦਾ ਸੰਗ, ਧਾਰਾ ਆਧਾਰ, ਠਾਕੁਰ ਹਾਂ ਦਾਸਰੂ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਇ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਓਤ ਨਿਆਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰਿ ਉਤਾਰ ਨਿਆਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰਿ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।